1.5 ਮਹੀਨਾ ਹੋ ਗਿਆ ਸੀ, ਕੋਈ ਗੱਲਬਾਤ ਨਹੀਂ ਸੀ ਮੇਰੇ ਪੇਰੈਂਟਸ ਦੀ, ਸਾਡੇ ਨਾਲ ਗੁੱਸੇ ਨਾਰਾਜ਼ ਹੀ ਸੀ ਕਿ ਮੇਰੀ ਸਿਸਟਰ ਮਹੀਨਾ ਪਹਿਲਾਂ ਸਾਡੇ ਕੋਲ ਆਈ ਸੀਗੀ ਤੇ ਉਹਨੇ ਫਰਨੈਲ ਦੀਆਂ ਗੋਲੀਆਂ ਖਾਧੀਆਂ ਇਸ ਕਰਕੇ ਸੀ ਵੀ ਇਹਦਾ ਮੁੰਡਾ ਮਤਰੇਈਮਾਂ ਦਾ ਮੁੰਡਾ ਗੁਰਨੂਰ ਸਿੰਘ ਤੇ ਗਗਨਦੀਪ ਸਿੰਘ ਭਤੀਜਾ ਉਹ ਮੇਰੀ ਸਿਸਟਰ ਦੇ ਨਾਲ ਜ਼ਬਰਦਸਤੀ ਕਰਦੇ ਸੀ। ਗਵਾਹੀ ਤਾਂ ਨਹੀਂ ਸੀ ਦਿੱਤੀ, ਹਲੇ ਘਰ ਆਈ ਹਾਂ ਤੇ ਭਰਾ ਚਿੰਬੜ ਕੇ ਰੋਣ ਲੱਗ ਪਿਆ ਵੀ ਦੀਦੀ ਮੈਨੂੰ ਬਚਾ ਲਾ, ਵੀ ਮੈਨੂੰ ਮਾਰ ਦੇਣਾ ਇਹਨਾਂ ਨੇ। ਤੇ ਮੈਨੂੰ ਵੀ ਅੰਦਰ ਲੈ ਗਈ ਆ ਤੇ ਮੈਨੂੰ ਵੀ ਇਹੀ ਕੁਛ ਕਿਹਾ ਵੀ ਜੋ ਤੇਰੀ ਭੈਣ ਨਾਲ ਹੋਇਆ ਉਹੀ ਕੁਛ ਹੋਣਾ ਇਹਨਾਂ ਵੀ, ਤੂੰ ਜੇ ਕੁਛ ਬੋਲੀ। ਭਰਾ ਵੀ ਛੋਟਾ ਹੈਗਾ ਉਹ ਜੀ? ਹਾਂਜੀ 8 ਸਾਲ ਦਾ ਭਰਾ, ਉਹ ਵੀ ਸਰ ਡਿਪਰੈਸ਼ਨ 'ਚ ਬਹੁਤ ਗਿਆ ਹੋਇਆ, ਉਹ ਹੱਸਣ ਲੱਗ ਪੈਂਦਾ, ਵਿੱਚੇ ਰੋਣ ਲੱਗ ਪੈਂਦਾ। ਤੁਹਾਡੇ ਫਾਦਰ ਸਾਹਿਬ ਉਦੋਂ ਕੁਝ ਨਹੀਂ ਸੀ ਕਹਿੰਦੇ ਹੁੰਦੇ? ਨਹੀਂ ਬਿਲਕੁਲ ਨਹੀਂ, ਕੁਛ ਨਹੀਂ ਸੀ। ਸਾਡੇ ਫਾਦਰ ਉਦੋਂ ਦੇ ਚੇਂਜ ਹੋ ਗਏ ਜਿੱਦਣ ਦੀ ਇਹ ਵਿਆਹ ਕੇ ਆਈ ਸੀ। ਫਿਰ ਸਵਾਲ ਜਿਹੜੇ ਤੁਹਾਡੇ ਵੀ ਮਨ ਦੇ ਵਿੱਚ ਆਏ ਕਿ ਜਿਵੇਂ ਉਹਨਾਂ ਨੇ 22 ਤਰੀਕ ਨੂੰ ਇੱਥੇ ਆਏ ਨੇ, ਉਸ ਤੋਂ ਪਹਿਲਾਂ ਪੈਸੇ ਕਹਿ ਤਾਂ ਸਾਰੇ ਟ੍ਰਾਂਸਫਰ ਕਰ ਦਿਓ, 24 ਨੂੰ ਜਿਵੇਂ ਡੈਥ ਹੋ ਗਈ ਹੈ, ਤੁਹਾਨੂੰ ਉਸ ਦੇ ਉੱਤੇ ਵੀ ਕੋਈ ਸ਼ੱਕ ਹੈ? ਹਾਂਜੀ ਮੈਨੂੰ ਹੁਣ ਸਰ ਬਹੁਤ ਸ਼ੱਕ ਉੱਠਦੇ ਵੀ ਸ਼ਾਇਦ ਇਹਨਾਂ ਦਾ ਕੋਈ ਰਿਲੇਸ਼ਨ ਨਾ ਹੋਵੇ ਜਿਹਦਾ ਕਰਕੇ ਇਹਨਾਂ ਨੇ ਮੇਰੀ ਮਦਰ ਨੂੰ ਵੀ ਮਾਰ ਦਿੱਤਾ ਤੇ ਹੌਲੀ ਹੌਲੀ ਇਹ ਸਭ ਕੁਝ ਸਿਸਟਰ ਨੂੰ ਵੀ ਮਾਰ ਦਿੱਤਾ। ਫਿਰ ਰੋ ਕੇ ਸਾਰੇ ਹੀ ਇੱਕ ਧੀ ਲਈ ਇਹ ਗੱਲ ਕਹਿਣੀ ਬਹੁਤ ਔਖੀ ਆ ਵੀ ਮੇਰੇ ਪਿਓ ਨੂੰ ਫਾਂਸੀ ਦੇ ਦਿਓ, ਮੇਰਾ ਦਿਲ ਜਾਣਦਾ ਵੀ ਮੈਂ ਕਿੱਦਾਂ ਕਹਿੰਦੀ ਹਾਂ। ਜ਼ਹਿਰ ਦੇਤਾ ਜਦੋਂ ਡਿੱਗ ਪਈ, ਉਸ ਤੋਂ ਬਾਅਦ ਵੀ ਲੱਤਾਂ ਮਾਰਦੇ ਰਹੇ? ਮਰ ਗਏ ਨੇ ਜੀ, ਕਹਿੰਦੀ ਇਹ ਮਗਰੋਂ ਹੀ ਨਹੀਂ ਲੈਂਦੀ, ਹਜੇ ਵੀ ਨਹੀਂ ਮਰਦੀ। ਫਿਰ ਉਹ ਤੜਫਦੀ ਰਹੀ ਲੰਮਾ ਸਮਾਂ, ਉਹ ਤੜਫੀ। ਕੋਈ ਇੱਥੇ ਤਾਂਤਰਿਕ ਵੀ ਆਇਆ ਵਾ, ਉਹ ਭਤੀਜੇ ਸਾਡੇ ਨੇ ਦੱਸਿਆ, ਉਹ ਪੁਲਿਸ ਵਿੱਚ ਆ ਬੰਦਾ ਕੋਈ, ਉਹਨੂੰ ਹੁਸ਼ਿਆਰਾ ਬਾਬਾ ਕਹਿੰਦੇ, ਲਾਟੀਆਂ ਵਾਲਾ ਤੋਂ ਆ। ਉਹ ਖਲਵਾੜ ਕੀਤਾ ਨਾ, ਉਹਦੀ ਮੌਤ ਦੀਆਂ ਇਹਨਾਂ ਨੇ ਐਦਾਂ ਧੱਜੀਆਂ ਡਾਈਆਂ ਕਿ ਭਰਾ ਤੇ ਕਹਿਣ ਨੂੰ ਮਤਲਬ ਕਿ ਸ਼ਰਮ ਆਉਂਦੀ, ਇਹਨੂੰ ਭਰਾ ਕਹਿੰਦੇ ਆ। ਇਹੋ ਜਿਹੀਆਂ ਗੰਦੀਆਂ ਇਹਨੇ ਹਰਕਤਾਂ ਕੀਤੀਆਂ। ਪੈਸੇ ਦੇ ਨਾਲ ਹੀ ਉਹਦਾ ਦਿਮਾਗ ਇੰਨਾ ਖਰਾਬ ਹੋ ਗਿਆ ਸੀ, ਉਹ ਬਹੁਤ ਛੇਤੀ ਬਹੁਤ ਜਲਦ ਆਪਣੇ ਮੁੰਡੇ ਨੂੰ ਨਾ ਵਾਰਸ ਦੇਖਣਾ ਚਾਹੁੰਦੀ ਸੀ ਸਾਰੇ ਰਾਜ ਭਾਗ ਦਾ। ਹਾਲੀ ਫਾਂਸੀ ਦੀ ਸਜ਼ਾ ਮੰਗ? ਬਿਲਕੁਲ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਾਰਿਆਂ ਨੂੰ, ਜਿੰਨੀ ਟੀਮ ਇੱਥੇ ਸੀ। ਧੀਆਂ ਆਪਣੇ ਬਾਬਲਕਰ ਰਾਣੀਆਂ ਦੇ ਵਾਂਗ ਰਹਿੰਦੀਆਂ ਨੇ, ਪਰ ਕਲਯੁਗ ਦਾ ਅਜਿਹਾ ਦੌਰ ਚੱਲਿਆ ਕਿ ਧੀਆਂ ਆਪਣੇ ਸਕੇ ਪਿਓ ਦੇ ਘਰ ਵੀ ਸੇਫ ਨਹੀਂ ਆ। ਘਟਨਾ ਸੁਣਾਉਣ ਜਾ ਰਹੇ ਹਾਂ ਸੁਲਤਾਨਪੁਰ ਲੋਧੀ ਦੇ ਨਾਲ ਲੱਗਦੇ ਪਿੰਡ ਡੱਲੇ ਦੀ, ਜਿੱਥੇ ਕੁਝ ਦਿਨ ਪਹਿਲਾਂ ਪਿਓ ਅਤੇ ਮਤਰਈ ਮਾਂ ਨੇ ਰਲ ਕੇ 15 ਸਾਲਾ ਧੀ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਰਿਵਾਰਕ ਮੈਂਬਰ ਸਾਡੇ ਨਾਲ ਹੈਗੇ ਆ। ਬਹੁਤ ਦੁਖਦਾਈ ਘਟਨਾ ਵਾਪਰੀ, ਸਾਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਤੇ ਕਿਸ ਤਰੀਕੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਅਤੇ ਉਸ ਤੋਂ ਬਾਅਦ ਪਿਓ ਹੀ ਆਪਣੀ ਧੀ ਦਾ ਕਾਤਲ ਬਣਿਆ ਤੇ ਜਿਹੜੀ ਉਸ ਦੀ ਦੇਹ ਹੈ ਉਸ ਨੂੰ ਵੀ ਸਵੇਰੇ ਤੜਕੇ ਹੀ ਘਰੋਂ ਲਿਜਾ ਕੇ ਚੋਰੀ ਪਿੰਡ ਵਾਲਿਆਂ ਤੋਂ ਚੋਰੀ ਹੀ ਉਸ ਦਾ ਸੰਸਕਾਰ ਕਰਨਾ ਚਾਹੁੰਦਾ ਸੀ। ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੜਕੀ ਦੇ ਪਿਤਾ ਸਨ ਉਹ ਬਹੁਤ ਸਰੰਗੀ ਮਾਸਟਰ ਸਨ। ਗੁਲਾਮ ਅਲੀ ਤੱਕ ਇੱਥੇ ਪਿੰਡ ਦੇ ਵਿੱਚ ਇਸੇ ਘਰ ਦੇ ਵਿੱਚ ਆਉਂਦੇ ਰਹੇ ਆ, ਪੈਰੀ ਹੱਥ ਲਗਾਉਂਦੇ ਰਹੇ ਆ, ਪਰ ਜਿਹੜੀ ਸਿੱਖਿਆ ਵਾ ਸੁਰੰਗੀ ਦੀ, ਜਿੱਥੋਂ ਸਿੱਖਿਆ ਨਿਕਲੀ ਆ ਉਹ ਸੁਰੰਗੀ ਦੀ ਸਿੱਖਿਆ ਉਹਨਾਂ ਆਪ ਨਹੀਂ ਲਈ। ਪਰਿਵਾਰਕ ਮੈਂਬਰ ਸਾਡੇ ਨਾਲ ਹੈਗੇ ਆ। ਜਿਹੜੀ ਧੀ ਦਾ ਕਤਲ ਹੋਇਆ ਉਹਨਾਂ ਦੀ ਵੱਡੀ ਭੈਣ, ਜਿਸ ਪਿਓ ਨੇ ਕਤਲ ਕੀਤਾ, ਉਸ ਦੀ ਵੱਡੀ ਬੇਟੀ ਸਾਡੇ ਨਾਲ ਹੈਗੀ ਆ ਪ੍ਰਭਜੋਤ। ਅਸੀਂ ਸਭ ਤੋਂ ਪਹਿਲਾਂ ਤਾਂ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਤੁਹਾਡੇ ਨਾਲ ਆ ਸਾਰੇ। ਉਸ ਦਿਨ ਹੋਇਆ ਕੀ ਸੀ ਤੁਹਾਡੇ ਨਾਲ ਜਦੋਂ ਗੱਲ ਹੋਈ ਹੋਊਗੀ ਫੋਨ ਤੇ? ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਫੋਨ ਜਾਂ ਤੁਹਾਨੂੰ ਪਤਾ ਲੱਗਾ ਤਾਂ ਕੀ ਪਤਾ ਲੱਗਾ ਸੀ ਤੁਹਾਨੂੰ? ਮੈਨੂੰ ਸਰ 5:30 ਵਜੇ ਕਾਲ ਆਈ ਹੈ ਸਿਸਟਰ ਦੀ ਡੈਥ ਤੇ ਕਹਿੰਦੇ ਵੀ ਰਾਤ ਹੀ ਹੋ ਗਈ ਸੀ ਕਿ ਮੈਨੂੰ ਮਾਰਨਿੰਗ 5:30 ਵਜੇ ਕਾਲ ਆਈ ਤੇ ਮਤਲਬ ਸਾਡੇ ਨਾਲ 1.5 ਮਹੀਨਾ ਹੋ ਗਿਆ ਸੀ, ਕੋਈ ਗੱਲਬਾਤ ਨਹੀਂ ਸੀ ਮੇਰੇ ਪੇਰੈਂਟਸ ਦੀ, ਸਾਡੇ ਨਾਲ ਗੁੱਸੇ ਨਾਰਾਜ਼ ਹੀ ਸੀ। ਤੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਵੀ ਕਿਉਂ ਸੀ। ਤੇ ਕਿਉਂਕਿ ਮੇਰੀ ਸਿਸਟਰ ਮਹੀਨਾ ਪਹਿਲਾਂ ਸਾਡੇ ਕੋਲ ਆਈ ਸੀਗੀ ਤੇ ਉਹਨੇ ਫਰਨੈਲ ਦੀਆਂ ਗੋਲੀਆਂ ਖਾਧੀਆਂ ਇਸ ਕਰਕੇ ਸੀ ਵੀ ਇਹਦਾ ਮੁੰਡਾ ਮਤਰੇਈਮਾਂ ਦਾ ਮੁੰਡਾ ਗੁਰਨੂਰ ਸਿੰਘ ਤੇ ਗਗਨਦੀਪ ਸਿੰਘ ਭਤੀਜਾ ਉਹ ਮੇਰੀ ਸਿਸਟਰ ਦੇ ਨਾਲ ਜ਼ਬਰਦਸਤੀ ਕਰਦੇ ਸੀ। ਤੇ ਮੇਰੀ ਸਿਸਟਰ ਨੇ ਦੱਸਿਆ ਮਤਰੇਈਮਾਂ ਨੂੰ ਜਿਹੜੀ ਸਾਡੀ ਸੀਗੀ ਵੀ ਉਹ ਮੇਰੇ ਨਾਲ ਜ਼ਬਰਦਸਤੀ ਕਰਦੇ ਆ ਤੇ ਉਹਨੇ ਉਲਟਾ ਮੇਰੀ ਭੈਣ ਨੂੰ ਕੁੱਟ ਦਿੱਤਾ ਵੀ ਤੂੰ ਮੇਰੇ ਮੁੰਡੇ ਤੇ ਇਲਜ਼ਾਮ ਲਾਉਣੀ ਆ। ਅੱਕ ਕੇ ਉਹਨੇ ਫਰਨੈਲ ਦੀਆਂ ਗੋਲੀਆਂ ਖਾ ਲਈਆਂ ਤੇ ਸਾਨੂੰ ਨਹੀਂ ਸੀ ਪਤਾ ਵੀ ਉਹਨੇ ਗੋਲੀਆਂ ਖਾਧੀਆਂ ਹੋਈਆਂ। ਅਸੀਂ ਤਾਂ ਮੈਂ ਆ ਕੇ ਜਿੱਦ ਕਰਕੇ ਆਪਦੀ ਭੈਣ ਨੂੰ ਨਾਲ ਲੈ ਗਈ ਤੇ ਉੱਥੇ ਉਹਨੇ ਰੋ ਕੇ ਮੈਨੂੰ ਦੱਸਿਆ ਵੀ ਦੀਦੀ ਮੈਂ ਬਹੁਤ ਤੰਗ ਪਰੇਸ਼ਾਨ ਆ, ਵੀ ਇਹਨਾਂ ਨੇ ਮੈਨੂੰ ਮਾਰ ਦੇਣਾ ਤੇ ਜਾਂ ਮੈਂ ਆਪ ਮਰ ਜਾਣਾ।
ਤੇ ਫਿਰ ਅਸੀਂ ਆਏ ਆ ਇੱਥੇ, ਅਸੀਂ ਭੂਆ ਹੁਣਾਂ ਨੂੰ, ਤਾਈ ਹੁਣਾਂ ਨੂੰ, ਮੈਂ ਆਪਣਿਆਂ ਨੂੰ ਸਾਰਿਆਂ ਨੂੰ ਦੱਸਿਆ ਵਾ ਵੀ ਇਦਾਂ ਇਦਾਂ ਉੱਥੇ ਗੱਲਬਾਤ ਹੋਈ ਆ। ਤੇ ਸਾਨੂੰ ਕਹਿੰਦੇ ਵੀ ਤੁਸੀਂ ਇਕੱਲਿਆਂ ਨੇ ਆਉਣਾ, ਮੇਰੇ ਪੇਰੈਂਟਸ ਇੱਧਰੋਂ ਕਹਿੰਦੇ ਵੀ ਤੁਸੀਂ ਦੋਨਾਂ ਨੇ ਇਕੱਲਿਆਂ ਨੇ ਆਉਣਾ, ਤੂੰ ਤੇ ਤੇਰੇ ਹਸਬੈਂਡ ਨੇ। ਤੇ ਫਿਰ ਮੈਂ ਭੂਆ ਜੀ ਹੁਣਾਂ ਨੂੰ ਕਹਿਤਾ ਵੀ ਤੁਸੀਂ ਰਹਿਣ ਤੋਂ, ਆਉਣ ਨੂੰ ਵੀ ਉਹਨਾਂ ਨੇ ਵੀ ਨਹੀਂ ਕਿਸੇ ਨੂੰ ਸੱਦਿਆ, ਤੇ ਉਹਨਾਂ ਨੇ ਆਪਣੇ ਇੱਥੇ ਸਾਰੇ 5-7 ਬੰਦੇ ਸੱਦੇ ਹੋਏ ਸੀਗੇ। ਤੇ ਅਸੀਂ ਆਏ ਆ, ਮੇਰੀ ਸਿਸਟਰ ਨੂੰ ਉਹਨਾਂ ਨੇ ਰਾਤ ਕੁੱਟਿਆ ਸੀਗਾ ਤੇ ਉਹ ਮੁੱਕਰ ਗਈ, ਕਹਿੰਦੀ ਮੈਨੂੰ ਕਿਸੇ ਨੇ ਮਾਰਿਆ ਨਹੀਂ, ਨਾ ਮੈਂ ਗੋਲੀਆਂ ਖਾਧੀਆਂ ਵਾ। ਤੇ ਫਿਰ ਸਾਨੂੰ ਵੀ ਉਹਨਾਂ ਨੇ ਘਰੋਂ ਬਾਹਰ ਕੱਢ ਦਿੱਤਾ ਵੀ ਤੁਸੀਂ ਸਾਡੇ ਮਤਲਬ ਕਿ ਪਰਿਵਾਰ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਦੇਣੀ, ਆਪਦਾ ਕੰਮ ਕਰੋ। ਤੇ 1.5 ਮਹੀਨੇ ਬਾਅਦ ਉਦੋਂ ਮੈਨੂੰ ਕਾਲ ਆਈ ਆ ਵੀ ਤੇਰੀ ਸਿਸਟਰ ਦੀ ਡੈਥ ਹੋ ਗਈ। ਉਹ ਵੀ ਕਿਸੇ ਨੇ ਦੱਸਿਆ, ਖੁਦ ਨਹੀਂ ਦੱਸਿਆ ਮੈਨੂੰ। ਤੁਹਾਡੇ ਪਿਤਾ ਨੇ ਜਾਂ ਤੁਹਾਡੀ ਜਿਹੜੀ ਮਤਰੇਈ ਮਾਂ, ਉਹਨਾਂ ਕਿਸੇ ਨੇ ਨਹੀਂ ਦੱਸਿਆ? ਨਹੀਂ ਦੱਸਿਆ। ਇਹਨਾਂ ਦਾ ਦੋਸਤ ਹੀ ਆ ਕੁਲਦੀਪ ਸਿੰਘ ਉਹਦਾ ਨਾਮ, ਨਵੇਂ ਪਿੰਡ ਤੋਂ, ਉਹਨੇ ਦੱਸਿਆ ਵੀ ਅਮਨਜੋਤ ਦੀ ਡੈਥ ਹੋ ਗਈ। ਨਾ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਆ ਜਾ, ਵੀ ਕੁਛ ਨਹੀਂ, ਉਹਨਾਂ ਨੇ ਮੈਨੂੰ ਸਿਰਫ ਇੰਨਾ ਕਿਹਾ ਉਹਦੀ ਡੈਥ ਹੋ ਗਈ। ਤੇ ਅਸੀਂ ਤਾਂ ਉਦੋਂ ਹੀ ਇੱਥੇ ਪਹੁੰਚ ਗਏ। ਜਦੋਂ ਆ ਕੇ ਦੇਖਿਆ ਇਹ ਸੰਸਕਾਰ ਦੀ ਤਿਆਰੀ ਕਰਦੇ ਪਏ ਸੀਗੇ, ਸਭ ਕੁਝ ਇਹਨਾਂ ਨੇ ਲਿਆ ਕੇ ਰੱਖਿਆ ਪਿਆ ਸੀਗਾ, ਸਾਰਾ ਕੁਝ ਰੈਡੀ ਸੀ। ਉਹ ਤਾਂ ਉਧਰੋਂ ਭੂਆ ਜੀ ਆ ਗਏ ਆ ਤੇ ਪੋਸਟਮਾਰਟਮ ਹੋਣ ਲਈ ਹੋ ਗਿਆ ਵਾ। ਉਦੋਂ ਵੀ ਮੈਂ ਗਵਾਹੀ ਨਹੀਂ ਦਿੱਤੀ ਸੀਗੀ ਵੀ ਇਹਨਾਂ ਨੇ ਇਦਾਂ ਕੀਤਾ, ਗਵਾਹੀ ਤਾਂ ਨਹੀਂ ਸੀ ਦਿੱਤੀ। ਹਲੇ ਘਰ ਆਈ ਆ ਤੇ ਭਰਾ ਚਿੰਬੜ ਕੇ ਰੋਣ ਲੱਗ ਪਿਆ ਵੀ ਦੀਦੀ ਮੈਨੂੰ ਬਚਾ ਲਾ, ਵੀ ਮੈਨੂੰ ਮਾਰ ਦੇਣਾ ਇਹਨਾਂ ਨੇ। ਤੇ ਮੈਨੂੰ ਵੀ ਅੰਦਰ ਲੈ ਗਈ ਆ ਤੇ ਮੈਨੂੰ ਵੀ ਇਹੀ ਕੁਝ ਕਿਹਾ ਵੀ ਜੋ ਤੇਰੀ ਭੈਣ ਨਾਲ ਹੋਇਆ ਉਹੀ ਕੁਝ ਹੋਣਾ ਇਹਨਾਂ, ਵੀ ਤੂੰ ਜੇ ਕੁਝ ਬੋਲੀ ਕਿ ਧਮਕਾਇਆ ਸੀ ਉਹਨਾਂ ਨੇ। ਤੇ ਮੈਂ ਆਪਣੇ ਹੁਣ ਭਰਾ ਨਹੀਂ ਸੀ ਗਵਾਉਣਾ, ਮੈਂ ਆਪਦੀ ਭੈਣ ਤੇ ਗਵਾ ਚੁੱਕੀ ਸੀਗੀ। ਭਰਾ ਵੀ ਛੋਟਾ ਹੈਗਾ ਉਹ ਜੀ? ਹਾਂਜੀ, 8 ਸਾਲ ਦਾ ਭਰਾ। ਉਹ ਵੀ ਸਰ ਡਿਪਰੈਸ਼ਨ 'ਚ ਬਹੁਤ ਗਿਆ ਹੋਇਆ, ਉਹ ਹੱਸਣ ਲੱਗ ਪੈਂਦਾ, ਵਿੱਚੇ ਰੋਣ ਲੱਗ ਪੈਂਦਾ। ਉਹਦੇ ਬਿਆਨ ਜ਼ਰੂਰ ਲੈ ਲੈਂਦੇ, ਕੱਲ੍ਹ ਉਹ ਨਾਲ ਆਇਆ ਸੀ ਤੇ ਉਹਨੂੰ ਸਮਝ ਨਹੀਂ ਲੱਗਦੀ ਵੀ ਮੈਂ ਕੀ ਬੋਲਣਾ। ਇਸੇ ਕਰਕੇ ਉਹ ਅੱਜ ਨਾਲ ਨਹੀਂ ਆਇਆ ਵੀ ਦੀਦੀ ਮੈਂ ਨੀ ਜਾਣਾ। ਮੈਂ ਖੁਦ ਵੀ ਨਹੀਂ ਠੀਕ ਹੈਗੀ ਸੀ ਪਰ ਜ਼ਿਆਦਾ ਫੋਰਸਫੁਲੀ ਹੋ ਕੇ ਆਈ। ਪਹਿਲਾਂ ਜਿਹੜੇ ਤੁਹਾਡੇ ਮਾਤਾ ਜੀ ਸੀਗੇ, ਉਹਨਾਂ ਦਾ ਦੇਹਾਂਤ ਹੋਣ ਤੋਂ ਬਾਅਦ ਕਿੰਨੇ ਚਿਰ ਬਾਅਦ ਤੁਹਾਡੇ ਫਾਦਰ ਸਾਹਿਬ ਨੇ ਵਿਆਹ ਕਰਵਾ ਲਿਆ ਸੀ ਇਹ ਮਨਦੀਪ ਕੌਰ ਦੇ ਨਾਲ? ਮੇਰੇ ਮੰਮਾ ਦਾ ਨਾਮ ਰਾਜਵੀਰ ਕੌਰ ਸੀ ਤੇ ਉਹਨਾਂ ਦੀ ਡੈਥ ਹੋਈ ਸੀ 24 ਨਵੰਬਰ 2017 ਵਿੱਚ। ਤੇ 2018 ਦੇ ਵਿੱਚ 26 ਜੂਨ ਨੂੰ ਇਹਨਾਂ ਦੀ ਮੈਰਿਜ ਹੋ ਗਈ ਸੀਗੀ। ਮਤਲਬ ਕਿ ਮਹੀਨਿਆਂ ਦਾ ਹੀ 6-7 ਮਹੀਨਿਆਂ ਦਾ ਹੀ ਫਰਕ ਪਿਆ ਸੀ। ਹਾਂਜੀ, ਤੇ 2-4 ਦਿਨ ਸਰ ਸਹੀ ਨਿਕਲੇ ਆ। ਉਸ ਤੋਂ ਬਾਅਦ ਵਿੱਚ ਇਹਨੇ ਹੌਲੀ ਹੌਲੀ ਕਰਕੇ ਸਾਡੇ ਨਾਲ ਕੁੱਟਮਾਰ ਸ਼ੁਰੂ ਕਰਨੀ ਕਰ ਦਿੱਤੀ ਸੀ। ਪਹਿਲਾਂ ਸਾਨੂੰ, ਅਸੀਂ ਇੱਥੇ ਏਸੀ 'ਚ ਸੌਂਦੇ ਸੀ, ਸਾਨੂੰ ਇੱਥੋਂ ਇਹਨੇ ਬਾਹਰ ਕੱਢਿਆ। ਫਿਰ ਇਹਨੇ ਸਾਡੀ ਖਾਣਾ ਪੀਣਾ ਘਟਾ ਦਿੱਤਾ। ਫਿਰ ਇਹਨੇ ਸਾਡਾ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ। ਪੂਰੀ ਤਰ੍ਹਾਂ ਨਾਲ ਸਾਡੇ ਤੇ ਪਾਬੰਦੀਆਂ ਲਾਤੀਆਂ ਸੀ ਵੀ ਜੋ ਮੈਂ ਕਹੂੰਗੀ ਤੁਸੀਂ ਉਹੀ ਕਰਨਾ। ਉਦੋਂ ਤਾਂ ਤੁਸੀਂ ਵੀ ਇਸ ਘਰ ਦੇ ਵਿੱਚ ਸੀਗੇ, ਕੁਆਰੇ ਸੀਗੇ, ਤਾਂ ਜੋ ਤੁਹਾਡੀ ਛੋਟੀ ਸਿਸਟਰ ਦੇ ਨਾਲ ਹੋਇਆ ਤਾਂ ਤੁਹਾਡੇ ਨਾਲ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੇ? ਤੁਹਾਨੂੰ ਵੀ ਕੁੱਟਮਾਰ ਕਰਦੇ ਸੀ? ਸਰ ਬਹੁਤ ਜ਼ਿਆਦਾ ਪ੍ਰੂਫ ਪਏ ਆ, ਫੋਟੋਜ਼ ਵੀ ਕਿੰਨਾ ਕੁੱਟਦੇ ਹੁੰਦੇ ਸੀਗੇ। ਤਾਂ ਨਲਾਂ ਦੇ ਵਿੱਚ ਲੱਤਾਂ ਮਾਰਦੇ ਹੁੰਦੇ ਸੀ, ਵੀ ਕੰਮ ਵੀ ਸਾਰਾ ਦਿਨ ਕਰਵਾਉਣਾ ਤੇ ਪਰ ਕੁੱਟਣਾ ਵੀ ਆਪਣਾ ਪੂਰਾ ਵਾ, ਵੀ ਜਿੱਦਾਂ ਦੇਖੀਦਾ ਹੁੰਦਾ ਸੀ ਫਿਲਮਾਂ ਵਿੱਚ। ਪਰ ਸਾਡੇ ਨਾਲ ਆਪਣੇ ਤੇ ਹੋਣ ਲੱਗ ਪਿਆ ਸੀ ਉਹ ਸਾਰਾ ਕੁਝ, ਜੋ ਕੁਝ ਅਸੀਂ ਦੇਖਦੇ ਹੁੰਦੇ, ਵੀ ਹੱਦੋਂ ਵੱਧ ਕੇ ਕੁੱਟ ਦਿੰਦੇ ਸੀ। ਰੋਟੀ ਨਹੀਂ ਦੇਣੀ, ਸਾਨੂੰ ਥੱਲੇ ਰੜੇ ਥਾਂ ਤੇ ਸਵਾਉਣਾ। ਕਿਉਂ ਕੁੱਟਦੇ ਕਿਉਂ ਸੀਗੇ? ਕੁੱਟਦੇ ਪਤਾ ਨਹੀਂ, ਬਸ ਉਹ ਆਪਣੇ ਮੁੰਡੇ ਨੂੰ ਆਪਦੇ ਨਾਲ ਰੱਖਦੇ ਹੁੰਦੇ ਸੀ ਤੇ ਸਾਨੂੰ ਤਿੰਨਾਂ ਨੂੰ ਹਮੇਸ਼ਾ ਬਾਹਰ ਰੱਖਦੇ ਹੁੰਦੇ ਸੀ। ਤੇ ਉਹ ਤੁਹਾਡੇ ਫਾਦਰ ਸਾਹਿਬ ਉਦੋਂ ਕੁਝ ਨਹੀਂ ਸੀ ਕਹਿੰਦੇ ਹੁੰਦੇ? ਨਹੀਂ, ਬਿਲਕੁਲ ਨਹੀਂ, ਕੁਝ ਨਹੀਂ ਸੀ। ਸਾਡੇ ਫਾਦਰ ਉਦੋਂ ਦੇ ਚੇਂਜ ਹੋ ਗਏ ਜਿੱਦਣ ਦੀ ਇਹ ਵਿਆਹ ਕੇ ਆਈ ਸੀ। ਚੇਂਜ ਵੀ ਇਦਾਂ ਦੇ ਹੋਏ ਵੀ ਅਸੀਂ ਨਹੀਂ, ਉਹਨਾਂ ਨੂੰ ਦਿਸਦੇ ਹੀ ਨਹੀਂ ਸੀ ਵੀ ਮੇਰੇ ਵੀ 3 ਬੱਚੇ ਹੈਗੇ। ਕਿਉਂ ਇਦਾਂ ਹੋ ਗਿਆ? ਕਿਉਂਕਿ ਕਈ ਵਾਰੀ ਕੋਈ ਸਵਾਰਥ ਹੁੰਦਾ ਵਾ, ਕਿਸੇ ਦੇ ਮਨ ਦੇ ਵਿੱਚ ਲਾਲਚ ਹੁੰਦਾ, ਤਾਂ ਇਹ ਕਿਉਂ ਐਡਾ ਜਲਦੀ ਕਿਉਂ ਕੋਈ ਬਦਲ ਗਿਆ? ਜਾਂ ਫਿਰ ਤੁਹਾਡੇ ਨਾਲ ਜਿਹੜਾ ਤਸ਼ੱਦਦ ਹੋਇਆ ਉਹਦਾ ਕਾਰਨ ਤੁਸੀਂ ਕੋਈ ਲੱਭਿਆ, ਨਿਚੋੜ ਕੱਢਿਆ ਵੀ ਕਿਉਂ ਹੁੰਦਾ ਰਿਹਾ? ਸਰ ਦੇਖੋ, ਪਹਿਲਾਂ ਤਾਂ ਫਾਦਰ ਚੰਗੇ ਸੀਗੇ, ਪਰ ਜਦੋਂ ਨਾ ਮਦਰ ਦੀ ਡੈਥ ਹੋਈ ਆ, ਦਿਮਾਗ ਵਿੱਚ ਸਵਾਲ ਬਹੁਤ ਉੱਠਦੇ। ਹੁਣ ਜਦੋਂ ਮਦਰ ਦੀ ਡੈਥ ਹੋਈ ਆ, ਉਦੋਂ ਮੇਰੇ ਫਾਦਰ ਦਾ ਬਾਹਰੋਂ ਕਾਲ ਆਈ ਸੀ। 22 ਤਰੀਕ ਨੂੰ ਆਏ ਆ ਫਾਦਰ ਬਾਹਰੋਂ, ਤੇ 20 ਤਰੀਕ ਨੂੰ ਬਾਹਰੋਂ ਹੀ ਕਾਲ ਆਈ ਸੀ ਵੀ ਮੇਰੇ ਮੰਮਾ ਨੂੰ ਪਹਿਲਿਆਂ ਨੂੰ ਵੀ ਆਪਣੇ ਅਕਾਊਂਟ 'ਚੋਂ ਸਾਰੇ ਪੈਸੇ ਮੇਰੇ ਅਕਾਊਂਟ 'ਚ ਟ੍ਰਾਂਸਫਰ ਕਰਵਾ ਦੇ। ਲੋਹੀਆਂ ਕੈਪੀਟਲ ਬੈਂਕ ਆ, ਮੈਂ ਤੇ ਮੇਰੇ ਮਦਰ ਉੱਥੇ ਗਏ ਸੀ। ਅਸੀਂ ਪੈਸੇ ਟ੍ਰਾਂਸਫਰ, ਮੰਮਾ ਮੇਰੇ ਨੇ ਕੁਛ ਨਹੀਂ ਪੁੱਛਿਆ ਵੀ ਕਿਉਂ ਕਰਵਾਉਣੇ, ਤੇ ਅਸੀਂ ਪੈਸੇ ਟ੍ਰਾਂਸਫਰ ਕਰਵਾ ਦਿੱਤੇ। 22 ਤਰੀਕ ਨੂੰ ਆਏ ਆ ਫਾਦਰ ਬਾਹਰੋਂ, ਤੇ 24 ਨੂੰ ਮਾਰਨਿੰਗ 4:30 ਵਜੇ ਕਿਤੇ ਮੰਮਾ ਦੀ ਡੈਥ ਹੋ ਗਈ ਸੀ। ਤੇ ਅਸੀਂ ਉਦੋਂ 4 ਦੇ 4 ਡਾਕਟਰ ਸੱਦੇ ਸੀ। ਉਹ ਕਹਿੰਦੇ ਵੀ 5-10 ਮਿੰਟ ਪਹਿਲਾਂ ਹੀ ਡੈਥ ਹੋਈ ਆ। ਕਾਰਨ ਕੀ ਸੀ ਡੈਥ ਹੋਣ ਦਾ? ਹਾਰਟ ਅਟੈਕ ਆ ਉਹਨਾਂ ਨੂੰ। ਉਦੋਂ ਅਸੀਂ ਪੋਸਟਮਾਰਟਮ ਕੁਛ ਤਾਂ ਨਹੀਂ ਕਰਵਾਇਆ ਕਿਉਂਕਿ ਮੇਰੇ ਮੰਮਾ ਨੂੰ ਹਾਰਟ ਦੀ ਪ੍ਰੋਬਲਮ ਵੀ ਸੀ, ਵੀ ਉਹਨਾਂ ਦਾ 30% ਹੀ ਦਿਲ ਕੰਮ ਕਰਦਾ ਸੀਗਾ। ਹਾਂਜੀ, ਤੇ ਨਾਲੇ ਅਸੀਂ ਬੱਚੇ ਸੀ, ਸਾਨੂੰ ਨਹੀਂ ਸੀ ਪਤਾ ਵੀ ਅਸੀਂ ਕਦੀ ਸੋਚਿਆ ਹੀ ਨਹੀਂ ਸੀ ਜਿੱਦਾਂ ਦੇ ਸਾਡੇ ਫਾਦਰ ਦਾ ਕੀਤਾ ਸੀ ਵੀ ਸਾਡਾ ਪਿਓ ਕਦੀ ਇਦਾਂ ਦੀ ਵੀ ਹਰਕਤ ਕਰ ਦੇਊਗਾ। ਅਸੀਂ ਕਦੀ ਵੀ ਨਹੀਂ ਇਹ ਗੱਲ ਆਪਦੇ ਦਿਮਾਗ 'ਚ ਲਈ ਸੀ ਵੀ ਅਸੀਂ ਸਭ ਤੋਂ ਜ਼ਿਆਦਾ ਸੇਫ ਫੀਲ ਹਰੇਕ ਧੀ ਆਪਦੇ ਬਾਪ ਦੇ ਨਾਲ ਕਰਦੀ ਹੁੰਦੀ, ਤੇ ਪਰ ਸਾਨੂੰ ਨਹੀਂ ਸੀ ਪਤਾ। ਵੈਸੇ ਹੀ ਬਾਪ ਦੇ ਨਾਲ ਜ਼ਿਆਦਾ ਹੁੰਦਾ ਹੈ।
ਤਾਂ ਇਹ ਫਿਰ ਸਵਾਲ ਜਿਹੜਾ ਤੁਹਾਡੇ ਵੀ ਮਨ ਦੇ ਵਿੱਚ ਆਏ ਕਿ ਜਿਵੇਂ ਉਹਨਾਂ ਨੇ 22 ਤਰੀਕ ਨੂੰ ਇੱਥੇ ਆਏ ਨੇ, ਉਸ ਤੋਂ ਪਹਿਲਾਂ ਪੈਸੇ ਕਿਹਾ ਤਾਂ ਸਾਰੇ ਟ੍ਰਾਂਸਫਰ ਕਰ ਦਿਓ, 24 ਨੂੰ ਜਿਵੇਂ ਡੈਥ ਹੋ ਗਈ ਹੈ, ਤੁਹਾਨੂੰ ਉਸ ਦੇ ਉੱਤੇ ਵੀ ਕੋਈ ਸ਼ੱਕ ਹੈ? ਹਾਂਜੀ, ਮੈਨੂੰ ਹੁਣ ਸਰ ਬਹੁਤ ਸ਼ੱਕ ਉੱਠਦੇ ਵੀ ਸ਼ਾਇਦ ਇਹਨਾਂ ਦਾ ਕੋਈ ਰਿਲੇਸ਼ਨ ਨਾ ਹੋਵੇ, ਜਿਹਦਾ ਕਰਕੇ ਇਹਨਾਂ ਨੇ ਮੇਰੀ ਮਦਰ ਨੂੰ ਵੀ ਮਾਰ ਦਿੱਤਾ ਤੇ ਹੌਲੀ ਹੌਲੀ ਇਹ ਸਭ ਕੁਝ ਸਿਸਟਰ ਨੂੰ ਵੀ ਮਾਰ ਦਿੱਤਾ। ਫਿਰ ਬ੍ਰਦਰ ਦੀ ਵਾਰੀ ਆ ਜਾਣੀ ਸੀ, ਉਹ ਤੇ ਰੱਬ ਵੱਲੋਂ ਬਚਾਅ ਹੋ ਗਿਆ, ਭੂਆ ਜੀ ਆ ਗਏ ਤੇ ਸਭ ਕੁਝ ਹੋ ਗਿਆ। ਪਹਿਲਾਂ ਕੋਈ ਸ਼ੱਕ ਸੀਗਾ ਵੀ ਜਦੋਂ ਮਨਦੀਪ ਕੌਰ ਹੋਣਾ ਦਾ ਵਿਆਹ ਨਹੀਂ ਸੀ ਹੋਇਆ, ਤੁਹਾਡੇ ਮਦਰ ਜਿੰਦੇ ਸੀਗੇ, ਪਹਿਲਾਂ ਕੋਈ ਸ਼ੱਕ ਰਹਿੰਦਾ ਸੀ ਫਾਦਰ ਸਾਹਿਬ ਦੇ ਉੱਤੇ? ਨਹੀਂ ਸਰ, ਕੋਈ ਸ਼ੱਕ ਨਹੀਂ ਸੀ, ਕਿਉਂਕਿ ਉਹ ਬਹੁਤ ਸਾਰੇ ਪਿੰਡ ਨੂੰ ਪਤਾ ਵੀ ਕਿੰਨੇ ਵਧੀਆ ਸੀ ਪਹਿਲਾਂ। ਵੀ ਸਾਰਿਆਂ ਦੇ ਨਾਲ ਨਿਮਰਤਾ ਨਾਲ ਬੋਲਦੇ ਨਹੀਂ ਸੀਗੇ, ਕਦੀ ਉੱਚੀ ਆਵਾਜ਼ ਵਿੱਚ ਨਹੀਂ ਸੀ ਬੋਲੇ, ਸਾਨੂੰ ਨਹੀਂ ਸੀ ਕਦੀ ਝਿੜਕਿਆ ਉਹਨਾਂ ਨੇ, ਪਰ ਜਦੋਂ ਦੀ ਇਹ ਆ ਗਈ ਸੀ ਬੋਲਦੇ, ਕੁੱਟਦੇ ਜ਼ਰੂਰ ਸੀ ਸਾਨੂੰ, ਪਰ ਸਾਡੇ ਨਾਲ ਬੋਲਦੇ ਨਹੀਂ ਸੀ। ਕਦੀ ਸਾਨੂੰ ਬਾਹਰ ਜਾਂਦੇ ਸੀ ਫੌਰਨ, ਕਦੀ ਸਾਡੇ ਨਾਲ ਉਹਨਾਂ ਨੇ ਫੋਨ ਤੇ ਗੱਲ ਨਹੀਂ ਕੀਤੀ ਵੀ ਤੁਸੀਂ ਠੀਕ ਆ, ਅਸੀਂ ਬਿਮਾਰ ਹੋ ਜਾਈਦਾ ਸੀ, ਕਦੀ ਸਾਨੂੰ ਡਾਕਟਰ ਦੇ ਨਹੀਂ ਲੈ ਕੇ ਗਏ ਸੀ, ਸਾਨੂੰ ਬੁਖਾਰ ਇੰਨਾ ਚੜ ਜਾਣਾ, ਉਹ ਗੁਰਨੂਰ ਨੂੰ ਕੁਛ ਹੋਣ ਦੀ ਦੇਰ ਆ, ਉਹ ਉਦੋਂ ਹੀ ਪਹੁੰਚੂਗਾ ਹਸਪੀਟਲ। ਤੇ ਸਰ ਇੱਕ ਇਹਨਾਂ ਨੇ ਉਹਨੂੰ ਕਰਕੇ, ਉਹਨੇ ਮੇਰੀ ਭੈਣ ਦੇ ਨਾਲ ਜਿਹੜਾ ਜ਼ਬਰਦਸਤੀ ਕਰਦਾ ਰਿਹਾ, ਉਹਨੂੰ ਅਰੈਸਟ ਕਰਕੇ ਫੇਰ ਛੱਡ ਦਿੱਤਾ। ਇਸ ਟਾਈਮ ਉਹ ਕਾਂਜਲੀ ਫਿਰਦਾ ਪਿਆ ਵਾ ਵੀ, ਪਰ ਉਹਨੂੰ ਖੁੱਲੇ ਵਿੱਚ ਰਹਿਣ ਦੀ ਕੋਈ ਇਜਾਜ਼ਤ ਥੋੜੀ ਹੋਣੀ ਚਾਹੀਦੀ ਵੀ ਉਹ ਮੇਰੀ ਭੈਣ ਦੇ ਨਾਲ ਜ਼ਬਰਦਸਤੀ ਜਿੱਦਾਂ ਕਰਦਾ ਰਿਹਾ। ਕੋਈ ਮਲਾਲ ਹੈ ਮਨ 'ਚ ਕਿ ਪਿਓ ਨੇ ਹੀ ਇੰਨਾ ਵੱਡਾ ਧੱਕਾ ਕਰਤਾ, ਤੁਹਾਡੇ ਨਾਲ ਵੀ ਪਹਿਲਾਂ ਧੱਕਾ ਹੁੰਦਾ ਰਿਹਾ, ਹੁਣ ਛੋਟੀ ਸਿਸਟਰ ਦੇ ਨਾਲ ਇੰਨਾ ਵੱਡਾ ਕਾਂਡ ਹੋ ਗਿਆ, ਕੋਈ ਮਨ ਦੇ ਵਿੱਚ ਹੈ ਪਿਤਾ ਦੇ ਲਈ ਕੋਈ? ਰੋ ਰੋ ਕੇ ਸਾਰੇ ਹੀ ਇੱਕ ਧੀ ਲਈ ਇਹ ਗੱਲ ਕਹਿਣੀ ਬਹੁਤ ਔਖੀ ਆ ਵੀ ਮੇਰੇ ਪਿਓ ਨੂੰ ਫਾਂਸੀ ਦੇ ਦਿਓ, ਮੇਰਾ ਦਿਲ ਜਾਣਦਾ ਵੀ ਮੈਂ ਕਿੱਦਾਂ ਕਹਿੰਦੀ ਆ। ਮੈਂ ਬਸ ਉਹਦੇ ਲਈ ਫਾਂਸੀ ਮੰਗਦੀ, ਹੋਰ ਕੁਝ ਨਹੀਂ ਮੰਗਦੀ। ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ, ਜਿੰਨੇ ਵੀ ਕਾਤਲ ਨਾਲ ਸੀਗੇ, ਫਾਂਸੀ ਹੋਣੀ ਚਾਹੀਦੀ ਉਹਨਾਂ ਨੂੰ। ਮੇਰੀ ਪਿਓ ਦੇ ਲਈ ਵੀ ਚਾਹੁੰਦੇ ਹੋ? ਫਾਂਸੀ। ਤੁਸੀਂ ਹੌਸਲਾ ਰੱਖੋ। ਭੂਆ ਜੀ ਲੜਕੀ ਦੇ ਨਾਲ ਆ ਸਾਡੇ, ਇਹਨਾਂ ਦੇ ਭਰਾ ਨੇ, ਭਰਾ ਦਾ ਵੀ ਇੱਕ ਰੋਲ ਬੜਾ ਅਹਿਮ ਹੁੰਦਾ। ਆਂਟੀ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡੇ ਭਰਾ ਨੇ ਐਡਾ ਵੱਡਾ ਕਾਰਾ ਕਰਤਾ ਰਲ ਕੇ, ਕੀ ਮਨ ਦੇ ਵਿੱਚ ਚੱਲ ਰਿਹਾ ਇਸ ਵੇਲੇ? ਬੜਾ ਰੋਸ ਚੱਲ ਰਿਹਾ ਜੀ, ਬੜਾ ਜ਼ੁਲਮ ਕੀਤਾ ਉਹਨਾਂ ਨੇ, ਜਿਹੜਾ ਕਿ ਬਹੁਤ ਹੀ ਨਿੰਦਣਯੋਗ ਆ। ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ। ਇਹ ਬੱਚੇ ਇੰਨੇ ਮਹਿੰਗੇ ਲਏ ਸੀਗੇ ਵੀ ਬਹੁਤ, ਸਾਨੂੰ ਇਹ ਮਤਲਬ ਕਿ ਲੱਖਾਂ ਕਰੋੜਾਂ ਤੋਂ, ਹੀਰਿਆਂ ਤੋਂ ਵੀ ਮਹਿੰਗੇ ਸਾਡੇ ਬੱਚੇ ਸੀ, ਜਿਹੜੇ ਕੌਡੀਆਂ ਦੇ ਭਾਅ 'ਚ ਇਹਨਾਂ ਨੇ ਸੁੱਟ ਦਿੱਤੇ। ਇੰਨੇ ਤਸ਼ੱਦਦ ਦੇ ਕੇ ਉਹ ਕੁੜੀ ਮਾਰੀ ਗਈ। ਸਾਨੂੰ ਹੁਣ ਭਤੀਜਾ ਜਿਹੜਾ ਵਾ ਛੋਟਾ ਜਿਹਾ, ਉਹ ਕੋਲ ਸੀ, ਉਹਨੇ ਅੱਖਾਂ ਸਾਹਮਣੇ ਸਾਰਾ ਕੁਝ ਉਹ ਹੰਡਾਇਆ ਵਾ। ਉਹ ਸਾਨੂੰ ਜਦੋਂ ਦੱਸਦਾ ਵਾ, ਸਾਨੂੰ ਇੰਨਾ ਹੋਰ ਜ਼ਿਆਦਾ ਅਸੀਂ ਰੋਹ ਚਾਹੁੰਦੇ ਆ ਵੀ ਇੰਨੀ ਬੁਰੀ ਤਰ੍ਹਾਂ ਇਹਨਾਂ ਨੂੰ, ਇਹ ਤਾਂ ਪਤਾ ਸੀ ਅਸੀਂ ਇਹਨੂੰ ਜ਼ਹਿਰ ਦੇਤਾ, ਇਹਨੇ ਮਰ ਤਾਂ ਜਾਣਾ ਹੀ ਆ, ਪਰ ਫਿਰ ਉਹਦੇ ਮਰੀ ਪਈ ਤੇ ਵੀ ਇਹ ਲੱਤਾਂ ਮਾਰਦੀ ਰਹੀ ਜਦੋਂ ਉਹਦੀ ਜਾਨ ਨਹੀਂ ਸੀ ਨਿਕਲਦੀ। ਇੰਨੇ ਤਸ਼ੱਦਦ ਉਹਦੇ ਨਾਲ, ਉਹਦੀ ਜਾਨ ਨਹੀਂ ਸੀ ਜਦੋਂ ਨਿਕਲਦੀ। ਜਦੋਂ ਜ਼ਹਿਰ ਦੇਤਾ, ਜਦੋਂ ਡਿੱਗ ਪਈ, ਉਸ ਤੋਂ ਬਾਅਦ ਵੀ ਲੱਤਾਂ ਮਾਰਦੇ ਰਹੇ? ਮਰ ਗਏ ਨੇ ਜੀ, ਕਹਿੰਦੀ ਇਹ ਮਗਰੋਂ ਹੀ ਨਹੀਂ ਲੈਂਦੀ, ਹਜੇ ਵੀ ਨਹੀਂ ਮਰਦੀ। ਫਿਰ ਉਹ ਤੜਫਦੀ ਰਹੀ, ਲੰਮਾ ਸਮਾਂ ਉਹ ਤੜਫੀ। ਫਿਰ ਇਹਨਾਂ ਨੇ ਉੱਤੇ ਸਰਾਣਾ ਦੇ ਕੇ, ਮੂੰਹ ਘੁੱਟ ਕੇ ਉਹਨੂੰ ਮਾਰਿਆ। ਇੰਨੇ ਜ਼ਿਆਦੇ ਉਹ ਕੁੜੀ ਦੇ ਮਤਲਬ ਕਿ ਕੋਈ ਇੱਥੇ ਤੰਤਰਕ ਵੀ ਆਇਆ ਵਾ, ਉਹ ਭਤੀਜੇ ਸਾਡੇ ਨੇ ਦੱਸਿਆ, ਉਹ ਪੁਲਿਸ ਵਿੱਚ ਆ ਬੰਦਾ ਕੋਈ, ਉਹਨੂੰ ਹੁਸ਼ਿਆਰਾ ਬਾਬਾ ਕਹਿੰਦੇ, ਲਾਟੀਆਂ ਵਾਲਾ ਤੋਂ ਆ ਉਹ ਹੈ, ਉਹ ਵੀ ਇੱਥੇ ਆਇਆ ਵਾ। ਉਹ ਮਤਲਬ 3-4 ਜਾਣੇ ਉਹ ਸੀਗੇ ਇੱਥੇ, ਤੇ ਉਹ ਕਹਿੰਦਾ ਅੱਗ ਵੀ ਕੜਾਈਏ 'ਚ ਬਾਲੀ ਆ, ਮੇਰਾ ਭਤੀਜਾ ਦੱਸਦਾ ਸੀਗਾ। ਤੇ ਫਿਰ ਉਹ ਕੁੜੀ ਜਦੋਂ ਮਰ ਗਈ, ਫਿਰ ਇਹਨਾਂ ਨੇ ਅੰਦਰ ਚੱਕ ਕੇ ਪਾਈ, ਉਹਦੇ ਕੱਪੜੇ ਬਦਲੇ, ਫਿਰ ਉਹਦਾ ਸਿਰ ਵਾਇਆ, ਫਿਰ ਉਹਦੇ ਪਾਊਡਰ ਲਾਏ ਆ, ਐਦਾਂ ਜਾਣੀ ਕਿ ਬਹੁਤ। ਮਰਨ ਤੋਂ ਬਾਅਦ ਇਹ ਸਭ ਕੁਝ ਕਰਦੇ ਰਹੇ ਆ? ਮਰਨ ਤੋਂ ਬਾਅਦ ਸਾਰਾ ਕੁਝ ਮੇਰੇ ਭਤੀਜੇ ਨੇ ਦੱਸਿਆ ਇਹ। ਤੇ ਇਹਨਾਂ ਨੇ ਮਤਲਬ ਕਿ ਉਹ ਖਲਵਾੜ ਕੀਤਾ ਨਾ, ਉਹਦੀ ਮੌਤ ਦੀਆਂ ਇਹਨਾਂ ਨੇ ਐਦਾਂ ਧੱਜੀਆਂ ਡਾਈਆਂ ਕਿ ਭਰਾ ਤੇ ਕਹਿਣ ਨੂੰ ਮਤਲਬ ਕਿ ਸ਼ਰਮ ਆਉਂਦੀ, ਇਹਨੂੰ ਭਰਾ ਕਹਿੰਦੇ ਆ। ਇਹੋ ਜਿਹੀਆਂ ਗੰਦੀਆਂ ਇਹਨੇ ਹਰਕਤਾਂ ਕੀਤੀਆਂ, ਗੱਲ ਹੀ ਛੱਡ ਦਿਓ। ਇਹਨਾਂ ਨੂੰ ਮਤਲਬ ਵੱਧ ਤੋਂ ਵੱਧ ਸਾਡਾ ਜਿੱਥੋਂ ਤੱਕ ਵੀ ਜ਼ੋਰ ਲੱਗੂ, ਜਿੱਥੋਂ ਤੱਕ ਵੀ ਪਹੁੰਚ, ਇਹਨਾਂ ਨੂੰ 5-7 ਸਾਲ ਇਹ ਜੇਲ੍ਹਾਂ 'ਚ ਰੁਲਣ, ਫਿਰ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਵੇ। ਇਹ ਮੰਗ ਕਰਾਂਗੇ, ਪੂਰਾ ਜ਼ੋਰ ਲਾਵਾਂਗੇ ਅਸੀਂ। ਆਪਣੇ ਭਰਾ ਲਈ ਫਾਂਸੀ ਦੀ ਸਜ਼ਾ ਮੰਗਦੇ? ਬਿਲਕੁਲ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਾਰਿਆਂ ਨੂੰ, ਜਿੰਨੀ ਟੀਮ ਇੱਥੇ ਸੀ ਉਸ ਟਾਈਮ। ਇੱਥੇ ਕੌਣ ਸੀਗਾ ਉਸ ਟਾਈਮ ਦੇ ਵਿੱਚ, ਮੌਕੇ ਦੇ ਉੱਤੇ ਕਿਹੜਾ ਮੌਜੂਦ? ਇੱਥੇ ਸਰ ਜੀ ਇੱਕ ਸੀ ਉਹਦੀ ਭਰਜਾਈ ਜਿਹੜੀ ਹੁਣ ਭਗੌੜੀ ਹੋਈ ਆ, ਪਰਚੇ 'ਚ ਉਹਦਾ ਨਾਮ ਆ ਗਿਆ ਹੋਇਆ ਅਮਨਦੀਪ ਕੌਰ। 2 ਜਾਣੇ ਇਹ ਸੀ, 3 ਜਾਣੇ ਉਹ, ਇੱਕ ਹੁਸ਼ਿਆਰਾ ਬਾਬਾ, ਇੱਕ ਉਹਦੇ ਨਾਲ ਕੋਈ ਉਹਦਾ ਚੇਲਾ ਸੀ ਸੁਰਿੰਦਰ, ਇੱਕ ਉਹਦੀ ਗੱਡੀ ਦਾ ਡਰਾਈਵਰ ਸੀ, ਉਹਦਾ ਅਸੀਂ ਨਾਂ ਨਹੀਂ ਜਾਣਦੇ, ਤੇ ਇੱਕ ਭਤੀਜਾ ਇਹਦਾ ਗਗਨ, ਤੇ ਇੱਕ ਇਹਦਾ ਮੁੰਡਾ ਇਹ ਉਹਦਾ ਗੁਰਨੂਰ ਸਿੰਘ, ਤੇ ਇੱਕ ਭਤੀਜੀ ਇਹਦੀ। ਤੇ ਇਹ ਜਿਹੜੇ ਮਤਲਬ ਇੱਥੇ ਉਸ ਟਾਈਮ ਇਹ ਮੌਜੂਦ ਸੀਗੇ। ਤੇ ਇੱਕ ਜਿਹੜਾ ਫਿਰ ਰਾਤ ਨੂੰ ਇਹਨਾਂ ਨੇ ਇੱਕ ਮੁੰਡਾ ਫੂਕੀਵਾਲ ਤੋਂ ਸੱਦਿਆ, ਸ਼ਾਹਜਹਾਨਪੁਰ ਤੋਂ, ਉਹ ਵੀ ਉਸ ਰਾਤ ਇੱਥੇ ਸੀਗਾ। ਉਹਨੂੰ ਫਿਰ ਮੈਂ ਫੋਨ ਤੇ ਵੀ ਗੱਲ ਕੀਤੀ, ਤੇ ਉਹ ਕਹਿੰਦਾ ਮੰਨਿਆ ਮੇਰੇ ਕੋਲ ਵੀ ਮੈਂ ਉੱਥੇ ਸੀ, ਮੈਨੂੰ ਫੋਨ ਕਰਕੇ ਬੁਲਾਇਆ ਇਹਨਾਂ ਨੇ। ਮੇਰੇ ਕੋਲ ਉਹਦੀ ਕਾਲ ਰਿਕਾਰਡਿੰਗ ਵੀ ਹੈਗੀ ਉਹ ਮੁੰਡੇ ਦੀ।
ਫਿਰ ਜਿਹੜਾ ਇੱਕ ਨਵੇਂ ਪਿੰਡ ਦਾ ਕੁਲਦੀਪ ਸਿੰਘ ਆ, ਇੱਕ ਦਲਜੀਤ ਸਿੰਘ ਕਾਕੜਾਂ ਦਾ, ਇਹਨਾਂ ਕੰਮਾਂ ਲਈ ਉਹਨਾਂ ਬੰਦਿਆਂ ਦੀ ਇਹਨੂੰ ਮੇਰੇ ਭਰਾ ਨੂੰ ਭਰਜਾਈ ਨੂੰ ਫੁੱਲ ਸਪੋਰਟ ਹੁੰਦੀ ਸੀ। ਨਹੀਂ ਤਾਂ ਤੁਸੀਂ ਇਹ 6 ਮਹੀਨੇ ਪਹਿਲਾਂ 8 ਜਨਵਰੀ ਨੂੰ ਮੇਰੀ ਇਹ ਭਤੀਜੀ ਦੀ ਮੈਰਿਜ ਹੁੰਦੀ ਆ। ਇਹਦੀ ਮੈਰਿਜ ਕਾਦੀ ਕੀਤੀ? ਦੇਖੋ, ਪਹਿਲਾਂ ਇਹ ਲੋਕਾਂ ਦੀਆਂ ਕੁੜੀਆਂ ਦਾ ਵਿਆਹ ਕਰੇ, ਲੋਕਾਂ ਦਾ ਜਿਹਦਾ ਘਰ ਹੈ ਨਹੀਂ ਉਹਨੂੰ ਘਰ ਬਣਾ ਕੇ ਦੇਵੇ। ਬ੍ਰਦਰ ਮੇਰਾ ਕੀੜੀ ਨਹੀਂ ਸੀ ਮਾਰ ਸਕਦਾ, ਇੰਨਾ ਲੈਕ ਸੀ, ਇੰਨਾ ਬੀਬਾ ਬੰਦਾ ਸੀ ਇਹ। ਪਰ ਜਿਹੜਾ ਇਸ ਜਨਾਨੀ ਨੇ ਪਤਾ ਨਹੀਂ ਕੀ ਕਰਕੇ ਉਹਨੂੰ ਆਪਦੇ ਗਲਵੇ 'ਚ ਲੈ ਕੇ ਕੀ ਕਰਤਾ, ਸਾਨੂੰ ਨਹੀਂ ਸਮਝ ਆਈ। ਫਿਰ ਜਦੋਂ ਇਹ ਵਿਆਹ ਤੀ, ਇਹਦੇ ਮਗਰ ਨਹੀਂ ਗਏ। ਇੱਕ ਰਸਮ ਹੁੰਦੀ ਆ ਵੀ ਪੇਕੇ ਜਦੋਂ ਧੀ ਵਿਆਹ ਕੇ ਚਲ ਜਾਵੇ ਮਗਰ ਲੈਣ ਜਾਂਦੇ, ਉਹ ਗਏ ਨਹੀਂ ਲੈਣ। ਜਦ ਕਿ ਜਿਹੜਾ ਉਹ ਕੁਲਦੀਪ ਸਿੰਘ ਆ, ਉਹ ਚਿੱਟੀ ਦਾੜੀ ਵਾਲਾ, ਇਹਦਾ ਹਰ ਟਾਈਮ ਇਹਦੇ ਨਾਲ ਇਹ ਪਰਛਾਵੇਂ ਤਰ੍ਹਾਂ ਇਹਦੇ ਨਾਲ ਉਹ ਦੋਨੇ ਜੀ ਰਹਿੰਦੇ, ਉਹਦੀ ਵਾਈਫ ਤੇ ਉਹ ਇਹਨੂੰ ਇਹ ਕਹਿ ਨਹੀਂ ਸੀ ਸਕਦੇ ਵੀ ਇਹ ਰਸਮ ਬਣਦੀ ਆ, ਆਪਾਂ ਇਹ ਕਰਨੀ ਆ। ਫਿਰ ਦੂਸਰੀ ਗੱਲ, ਇਹ ਜਦੋਂ ਕੁੜੀ ਵਿਆਹੀ, ਇਹ ਬ੍ਰਦਰ ਮੇਰਾ ਰਾਤ ਨੂੰ 12 ਵਜੇ ਅਮਰੀਕਾ ਤੋਂ ਆਉਂਦਾ ਆ, ਬਰਾਤ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ 12 ਵਜੇ। ਤੇ ਇਹ ਜਿਹੜੀ ਭਰਜਾਈ ਮੇਰੀ, ਇਹਨੇ ਇਹ ਕੁੜੀ ਦੇ ਸਹੁਰਿਆਂ ਤੋਂ ਰੋਟੀ ਦਾ ਖਰਚਾ ਵੀ ਲੈ ਲਿਆ ਪੈਲਸ ਦਾ। ਇੰਨਾ ਮਤਲਬ ਕਿ ਪੈਸੇ ਦੇ ਨਾਲ ਹੀ ਉਹਦਾ ਦਿਮਾਗ ਇੰਨਾ ਖਰਾਬ ਹੋ ਗਿਆ ਸੀ। ਉਹ ਬਹੁਤ ਛੇਤੀ, ਬਹੁਤ ਜਲਦ ਆਪਣੇ ਮੁੰਡੇ ਨੂੰ ਨਾ ਵਾਰਸ ਦੇਖਣਾ ਚਾਹੁੰਦੀ ਸੀ ਸਾਰੇ ਰਾਜ ਭਾਗ ਦਾ। ਤੇ ਵੀ ਇਹਨਾਂ ਨੂੰ ਜੇ ਜਿਹੜੀ ਗੱਲ ਤਾਂ ਫਿਰ ਜਾਇਦਾਦ ਦੀ ਸੀਗੀ ਕਿ ਮੁੰਡੇ ਨੂੰ ਵਾਰਸ ਬਣਾ ਦਈਏ, ਇਹੀ ਸੀ, ਮੈਨੂੰ ਇਹੀ ਲੱਗਦਾ ਵਾ। ਤੇ ਬਾਕੀ ਇਹ ਸੀ ਗੱਲ, ਜੇ ਸਾਨੂੰ ਉਹਨੇ ਸਭ ਨੂੰ ਬੰਦ ਕੀਤਾ ਹੋਇਆ ਸੀ, ਸਾਨੂੰ ਇਹ ਕੁੜੀ ਦੇ ਆਉਣ ਜਾਣ ਨਹੀਂ ਸੀ ਦਿੰਦੇ। ਇੱਕ ਮੈਂ ਵੀਡੀਓ ਵੀ ਦਿਖਾ ਰਹੇ ਸੀ ਪਿੰਡ ਵਾਲੇ ਕਿ ਤੁਹਾਡੇ ਨਾਲ ਵੀ ਕਰੰਟ ਤੁਹਾਨੂੰ ਵੀ ਲਾਉਂਦੇ ਰਹੇ ਆ। ਉਦੋਂ ਤਸ਼ੱਦਦ, ਫਿਰ ਕਰੰਟ ਤੱਕ ਤੁਹਾਨੂੰ ਫਿਰ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੇ ਮਾਰਨ ਦੀ ਉਹ ਕੋਸ਼ਿਸ਼ ਕੀਤੀ ਹੋਊਗੀ। ਹਾਂਜੀ ਸਰ, ਪੂਰੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਮੈਨੂੰ ਮਾਰਨ ਦੀ, ਤੇ ਕੁੱਟਿਆ ਵੀ ਬਹੁਤ ਜ਼ਿਆਦਾ ਸੀ। ਵੀ ਰੱਖੜੀ ਤੋਂ ਪਹਿਲਾਂ ਦੀ ਗੱਲ ਆ, ਪਿਛਲੇ ਸਾਲ ਦੀ ਉਹ। ਤੇ ਵੀ ਹੱਦੋਂ ਵੱਧ ਕੇ ਉਹਨਾਂ ਨੇ ਮੈਨੂੰ ਕੁੱਟਿਆ, ਤੇ ਮੈਂ ਡਰਦੀ, ਪਹਿਲਾਂ ਕਿਤੇ ਚਲੇ ਗਏ ਸੀ ਅਸੀਂ ਤਿੰਨੇ ਬ੍ਰਦਰ ਸਿਸਟਰ ਹੀ ਘਰੇ, ਤੇ ਮੈਂ ਡਰਦੀ ਆਪਣੇ ਚੌਂਕੀ ਚੱਲੀ ਸੀ। ਚੌਂਕੀ 2 ਸਾਲ ਬੰਦ ਰਹੀ, ਜਦੋਂ ਤੋਂ ਵਿਆਹ ਕੇ ਆਈ ਤੇ ਹੁਣ ਤੱਕ ਚੌਂਕੀ ਬੰਦ ਰਹੀ। ਜਿੱਦਣ ਮੇਰੀ ਸਿਸਟਰ ਦੀ ਡੈਥ ਹੁੰਦੀ ਉਦੋਂ ਚੌਂਕੀ ਖੁੱਲਦੀ ਆ। ਤੇ ਮੈਂ ਆਪਣੇ ਮਾਮਾ ਜੀ ਦੇ ਘਰ ਗਈ ਆ, ਉਹਨਾਂ ਨੇ ਮੇਰੀਆਂ ਵੀਡੀਓ ਵਗੈਰਾ ਬਣਵਾ ਲਈਆਂ। ਮੈਂ ਉਹਨਾਂ ਨੂੰ ਕਿਹਾ ਵੀ ਇਹਨਾਂ ਨੇ ਮੈਨੂੰ ਮਾਰ ਦਿੱਤਾ ਵਾ, ਮੈਨੂੰ ਮਾਰ ਦਿੱਤਾ ਇੱਕ ਹਿਸਾਬ ਨਾਲ ਤੇ ਰਹਿੰਦਾ ਖੁੰਦਾ, ਇਹਨਾਂ ਨੇ ਹੁਣ ਮੈਨੂੰ ਮਾਰ ਦੇਣਾ ਵਾ। ਵੀ ਕਹਿੰਦੇ ਵੀ ਥੱਲੇ ਤਾਰ ਸੁੱਟ ਕੇ ਕਹਿਣਾ ਵੀ ਪੋਚਾ ਲਾਉਂਦੇ ਕਰੰਟ ਲੱਗ ਕੇ ਮਰ ਗਈ ਆ। ਕਰੰਟ ਵਾਲੀ ਗੱਲ ਉਹ ਉਦੋਂ ਤੋਂ ਹੀ ਚੱਲਦੀ ਆਉਂਦੀ, ਕਿਉਂਕਿ ਹੁਣ ਵੀ ਕਹਿੰਦੇ ਨਾ ਕਿ ਪੈਰ 'ਚ ਕਰੰਟ ਲੱਗਾ ਜਿਹੜੀ ਛੋਟੀ ਕੁੜੀਆਂ ਨੂੰ। ਤੇ ਵੀ ਮਤਲਬ ਸਰੀਆ ਸੁਰੀਆ ਗਰਮ ਕਰਕੇ ਲਾਉਂਦੇ ਰਹੇ। ਵੀ ਮੇਰੇ ਪੂਰੇ ਨਿਸ਼ਾਨ ਆ ਹਲੇ ਤੱਕ ਬੋਡੀ ਤੇ, ਵੀ ਜਿੱਦਾਂ ਇਹ ਮੇਰੇ ਨਾਲ ਜੋ ਕਰਦੇ ਰਹੇ ਆ। ਜਦੋਂ ਇਹ ਮਾਤਾ ਲਾਉਂਦੀ ਰਹੀ ਆ, ਜਿਹੜੀ ਮਤਰੇਈ ਮਾਂ ਵਾ ਜਿਹੜੀ, ਤੇ ਫਾਦਰ ਸਾਹਿਬ ਸਾਹਮਣੇ ਦੇਖਦੇ ਹੁੰਦੇ? ਹਾਂਜੀ, ਕੁਛ ਨਹੀਂ ਸੀ ਕਹਿੰਦੇ ਹੁੰਦੇ, ਉਹ ਸਾਥ ਦਿੰਦੇ ਸੀ ਪੂਰਾ। ਇਹਨਾਂ ਨੇ ਤਾਂ ਮੈਨੂੰ ਇੰਨਾ ਸਰ ਕੁੱਟਿਆ ਨਾ, ਉਹ ਐਸ ਅੰਦਰੋਂ ਵਾਲਾਂ ਤੋਂ ਫੜ ਕੇ ਘੜੀਸਦੇ, ਪੌੜੀਆਂ ਤੋਂ ਸਿੱਧਾ ਥੱਲੇ ਲੈ ਕੇ ਗਿਆ ਮੈਨੂੰ, ਇਦਾਂ ਹੀ ਥੱਲੇ ਨੂੰ ਘੜੀਸਦੀ ਨੂੰ ਲੈ ਕੇ ਗਏ। ਤਾਂ ਫਿਰ ਛੋਟੀ ਗੁੜੀਆ ਨਾਲ ਤਾਂ ਤੁਸੀਂ ਸੋਚ ਹੀ ਸਕਦੇ ਹੋ ਵੀ ਉਹਦਾ ਨਾਲ ਕੀ। ਬਹੁਤ ਗਲਤ ਹੁੰਦਾ ਰਿਹਾ। ਮੇਰਾ ਭਰਾ ਮੇਰੇ ਕੋਲ ਰਿਹਾ ਨਾ, ਮੇਰੇ ਕੋਲ ਰਹਿੰਦਾ, ਮੈਨੂੰ ਸਭ ਕੁਝ ਦੱਸਦਾ। ਕਹਿੰਦਾ ਦੀਦੀ 3 ਦਿਨ ਪਹਿਲਾਂ ਅਸੀਂ ਸਲਾਹ ਕਰਦੇ ਸੀ ਵੀ ਅਸੀਂ ਅੰਮ੍ਰਿਤਸਰ ਚਲ ਜਾਈਏ, ਲੋਕਾਂ ਦੇ ਭਾਂਡੇ ਧੋ ਕੇ ਰੋਟੀ ਖਾ ਲਿਆ ਕਰਾਂਗੇ। ਤੁਸੀਂ ਸਾਰੇ ਸੋਚ ਸਕਦੇ ਵੀ ਬੱਚੇ ਕਿੱਥੋਂ ਤੱਕ ਟੌਰਚਰ ਹੋਊਗੇ, ਵੀ ਜਿਹੜਾ ਉਹਨਾਂ ਨੇ ਇੰਨੀ ਗੱਲ ਸੋਚ ਲਈ ਵੀ ਲੋਕਾਂ ਦੇ ਭਾਂਡੇ ਧੋ ਕੇ ਅਸੀਂ ਰੋਟੀ ਖਾ ਲਾਂਗੇ। ਮੁੰਡੇ ਦੀ ਕਿੰਨੀ ਉਮਰ ਹੈ? 9 ਸਾਲ। ਤਾਂ 9 ਸਾਲ ਦਾ ਬੱਚਾ ਜੇ ਇਹ ਚੀਜ਼ ਸੋਚ ਰਿਹਾ ਤੇ ਉੱਤੇ ਵਾਕਈ ਕਿੰਨਾ ਤਸ਼ੱਦਦ ਹੁੰਦਾ ਹੋਊਗਾ। ਉਹ ਵੀ ਬਹੁਤ ਜ਼ਿਆਦਾ ਦੁਖੀ ਸੀ। ਜਿਹੜਾ ਇਹਦਾ ਮਤਰੇਈ ਮਾਂ ਦਾ ਮੁੰਡਾ ਸੀ, ਉਹੋ ਹੀ ਉਹਨੂੰ ਬਹੁਤ ਕੁੱਟਦਾ ਹੁੰਦਾ ਸੀ। ਮੈਂ ਇੱਥੇ ਸਰ 2 ਦਿਨ ਰਹੀ ਆ ਨਾ, ਉਦੋਂ ਜਦੋਂ ਮੇਰੀ ਸਿਸਟਰ ਦੀ ਡੈਥ ਬਾਅਦ ਵਿੱਚ, ਕਿਉਂਕਿ ਮੈਂ ਭੂਆ ਜੀ ਹੁਣਾਂ ਵੱਲ ਦੀ ਸੱਚ ਨਹੀਂ ਸੀ ਬੋਲਿਆ ਮੈਂ। ਤੇ ਮੇਰੇ ਬ੍ਰਦਰ ਨੂੰ ਇਹਨਾਂ ਨੇ ਮੇਰੇ ਤੋਂ ਦੂਰ ਕਰ ਦਿੱਤਾ ਵੀ ਉਹ ਮੈਨੂੰ ਕੋਈ ਗੱਲ ਨਾ ਦੱਸ ਸਕੇ। ਉਹਨੂੰ ਨਵੇਂ ਪਿੰਡ ਭੇਜ ਦਿੱਤਾ। ਮੈਂ ਇੱਥੇ ਜਿਹੜੇ 2 ਦਿਨ ਰਹੀ ਆ, ਤੇ ਜੇ ਮੇਰੇ ਕੋਲੇ ਖੜਦਾ ਸੀ 2 ਮਿੰਟ, ਉਦੋਂ ਹੀ ਉਹਨੂੰ ਲੈ ਜਾਂਦੇ ਸੀ। ਮੈਨੂੰ ਸਭ ਕੁਝ ਦੱਸਦਾ ਰਿਹਾ ਵੀ ਇਹਨੂੰ ਮੂਦੀ ਲੰਮੇ ਪਾ ਕੇ, ਵੀ ਪਹਿਲਾਂ ਕਹਿੰਦਾ ਦੀਦੀ ਪਹਿਲਾਂ ਇਹਨਾਂ ਨੇ ਉਹਨੂੰ ਕੁਝ ਖਵਾ ਦਿੱਤਾ, ਬਾਅਦ ਵਿੱਚ ਇਹਨੂੰ ਨਿੰਬੂ ਪਾਣੀ ਪਿਆਉਂਦੇ ਰਹੇ ਵੀ ਇਹਨੂੰ ਬਚਾ ਲਈਏ। ਖੁਦ ਦੱਸਦੇ ਹੋ, ਆਪਣੇ ਮੂੰਹੋਂ ਬਿਆਨ ਦਿੰਦੇ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਵੀ ਹਾਂਜੀ ਵੀ ਅਸੀਂ ਇਹਨੂੰ ਬਚਾ ਲਈਏ ਹੁਣ। ਤੇ ਉਹ ਬਚਾਉਣਾ ਚਾਹੁੰਦੇ, ਬਾਅਦ ਵਿੱਚ ਇਹਨਾਂ ਨੇ ਬਚਾਉਣ ਦਾ ਪਤਾ ਨਹੀਂ ਸੋਚਿਆ ਕਿ ਨਹੀਂ ਵੀ ਅਸੀਂ ਬਚਾ ਲਈਏ। ਨਿੰਬੂ ਪਾਣੀ ਪਿਆਉਂਦੇ ਰਹੇ, ਹਲਦੀ ਵਾਲਾ ਦੁੱਧ ਪਿਆਉਂਦੇ ਰਹੇ। ਤੇ ਮੁੜ ਕੇ ਜਦੋਂ ਉਹਦੀ ਅਖੀਰ ਤੇ ਉਹਦਾ ਟਾਈਮ ਆ ਗਿਆ, ਉਹਨੂੰ ਅੰਦਰ ਲੈ ਗਏ ਤੇ ਉਹਨੂੰ ਮੂਦੀ ਪਾ ਕੇ ਮੰਜੇ ਤੇ ਲੰਮੇ, ਤੇ ਵੀ ਉਹਦੇ ਮੂੰਹ ਚੋਂ ਤੇ ਨੱਕ ਚੋਂ ਕਹਿੰਦੇ ਵੀ ਜ਼ਹਿਰ ਨਿਕਲਣ ਲੱਗ ਪਈ। ਬ੍ਰਦਰ ਦੇ ਦੱਸਣ ਤੇ ਦੱਸਦੀ ਪਈ ਆ ਸਭ ਕੁਝ, ਵੀ ਉਹਨੇ ਅੱਖੀਂ ਦੇਖਿਆ। ਤੇ ਜਦੋਂ ਇਹਨਾਂ ਨੇ ਉਹਦੀ ਸਰਾਣਾ ਦੇ ਕੇ ਡੈਥ ਕੀਤੀ, ਉਦੋਂ ਇਹਨਾਂ ਨੇ ਉਹਨੂੰ ਕੋਠੇ ਤੇ ਭੇਜ ਦਿੱਤਾ ਵੀ ਤੂੰ ਕੋਠੇ ਤੇ ਚੱਲ ਜਾ। ਤੇ ਉਹਨੇ ਇਹਨੂੰ ਇੰਨਾ ਪੱਕਾ ਕੀਤਾ ਪਿਆ ਸੀ ਮੇਰੇ ਬ੍ਰਦਰ ਨੂੰ, ਤੈਨੂੰ ਕੋਈ ਵੀ ਪੁੱਛੇ ਨਾ, ਕੋਈ ਵੀ, ਤੂੰ ਕਹਿਣਾ ਮੈਂ ਸੁੱਤਾ ਪਿਆ ਸੀ। ਉਹਨੂੰ ਰਾਤ ਹੁਣ ਵੀ ਮੈਨੂੰ ਲੱਗਦਾ ਕਿ ਡਰਦਾ ਹੋਊਗਾ। ਹਾਂਜੀ, ਬਹੁਤ ਜ਼ਿਆਦਾ ਡਰਦਾ। ਉਹ ਘਰੋਂ ਬਾਹਰ ਨਹੀਂ ਨਿਕਲਦਾ। ਕਹਿ ਦਿੰਦਾ ਕੁੰਡਾ ਲਾ ਦਿਓ, ਪੁਲਿਸ ਨੇ ਆ ਜਾਣਾ, ਕੁੰਡਾ ਲਾ ਦਿਓ।
ਜਿੱਦਾਂ ਦੀ ਸਰ ਮੇਰੀ ਭੈਣ ਹੈਗੀ ਸੀ ਨਾ, ਇੰਨੀ ਇੰਟੈਲੀਜੈਂਟ ਸੀ, ਫਸਟ ਆਉਂਦੀ ਸੀ ਹਮੇਸ਼ਾ, ਸੋਹਣੀ ਇੰਨੀ ਸੀ, ਉਹਨੂੰ ਮਾਰਨ ਦਾ ਕਾਰਨ ਨਹੀਂ ਪਤਾ ਲੱਗਦਾ। ਕਿਉਂਕਿ ਜੇ ਜਾਇਦਾਦ ਦਾ ਵੀ ਆਪਾਂ ਕਹਿੰਦੇ ਵੀ ਜਾਇਦਾਦ ਤੇ ਮੇਰੇ ਭਰਾ ਦੇ ਨਾਮ ਹੀ ਹੋਣੀ ਸੀ, ਉਹ ਚ ਸਿਸਟਰ ਦਾ ਕੀ ਰੋਲ, 2 ਸਾਲ ਹੋਰ ਸੀ, ਉਹਨੂੰ ਵੀ ਇਹਨਾਂ ਨੇ ਵਿਆਹ ਦੇਣਾ ਹੈ, ਮੈਨੂੰ ਵੀ, ਮੇਰੀ ਵੀ ਨਹੀਂ ਇਹਨਾਂ ਨੇ ਏਜ ਦੇਖੀ, ਮੈਨੂੰ ਵੀ ਵਿਆਹ ਦਿੱਤਾ, ਉਹਦੀ ਵੀ ਕਿਹੜਾ ਦੇਖਣੀ ਸੀ। ਉਹ ਤੇ ਨਾਲੇ ਖੁਦ ਕਹਿੰਦੀ ਹੁੰਦੀ ਸੀ, ਕਹਿੰਦੀ 2 ਸਾਲ ਮੈਂ ਰੱਖਣੀ, ਇਹ ਵੀ ਮੈਂ ਕੱਢ ਦੇਣੀ। ਤੁਹਾਡਾ ਵੀ ਛੋਟੀ ਉਮਰ 'ਚ ਹੀ ਮੈਨੂੰ ਲੱਗਦਾ ਵਿਆਹ ਕਰਤਾ ਹੋਊਗਾ। ਹਾਂਜੀ ਕਰ ਦਿੱਤਾ ਸੀ। ਮੈਂ ਉਸ ਪਰਿਵਾਰ ਦੀ ਹਮੇਸ਼ਾ ਹੀ ঋਣੀ ਰਹੂੰਗੀ ਜਿਨ੍ਹਾਂ ਨੇ ਮੇਰੇ ਕੰਨ 'ਚ ਫੋਨ ਕਰਕੇ ਭਿਣਕ ਪਾਤੀ। ਤੇ ਜਦੋਂ ਮੈਨੂੰ ਪਤਾ ਲੱਗਾ ਤੇ ਮੈਂ ਉੱਥੋਂ ਆਪਣੇ ਪਿੰਡੋਂ ਦੌੜੀ ਆ, ਤੇ ਉਥੋਂ ਮੇਰੇ ਪਿੰਡ ਤੋਂ ਜਿਹੜਾ ਮੇਰੇ ਸਹੁਰਿਆਂ ਦਾ ਪਿੰਡ ਆ, ਮੇਰਾ ਘਰ ਆ ਜਿੱਥੇ, ਉੱਥੋਂ 3 ਕਿਲੋਮੀਟਰ ਦੇ ਫਰਕ ਤੇ ਸਾਡਾ ਜੱਦੀ ਪਿੰਡ ਮੇਰੇ ਪੇਕਿਆਂ ਦਾ, ਜਿਹੜਾ ਜਿੱਥੇ ਸਰੂਪ ਸਿੰਘ ਉੱਠ ਕੇ ਆਇਆ ਪਹਿਲਾਂ, ਜਿੱਥੋਂ ਦਾ ਜੰਮਪਲ ਆ, ਉੱਥੇ ਗਈ। ਉੱਥੇ ਮੇਰੇ ਇਹ ਵੱਡੀ ਭਾਬੀ ਜੀ ਨਾਲ ਬੈਠੇ ਆ, ਤੇ ਇਹਨਾਂ ਨੂੰ ਨਾਲ ਲਿਆ ਵਾ ਸੀ, ਮੈਂ ਤੇ ਮੇਰੇ ਹਸਬੈਂਡ ਤੇ ਇਹ ਤੇ ਬੇਟਾ ਇਹਨਾਂ ਦਾ। ਤੇ ਅਸੀਂ ਸਿੱਧੇ ਚੌਂਕੀ ਆਏ ਆ, ਪਹਿਲਾਂ ਇੱਥੇ ਪਿੰਡ ਵਿੱਚ ਹੀ ਡੱਲੇ ਚੌਂਕੀ ਆ, ਤੇ ਅਸੀਂ ਪੁਲਿਸ ਨੂੰ ਨਾਲ ਲਿਆ ਤੇ ਆਏ। ਜਦੋਂ ਤਾਂ ਸੰਸਕਾਰ ਦੀ ਪੂਰੀ ਤਿਆਰੀ ਸੀ, ਤੇ ਇੱਥੇ ਕੋਈ ਇੰਨਾ ਹੈ ਨਹੀਂ ਸੀਗੇ, 2-3 ਜਾਣੇ ਸੀਗੇ ਬਸ। ਪਿੰਡ ਵਾਲਿਆਂ ਨੇ ਦੱਸਣ ਦੇ ਕਿ ਪਿੰਡ ਵਾਲਿਆਂ ਨੇ ਰੋਕਿਆ, ਨਹੀਂ ਤਾਂ ਇਹਨਾਂ ਨੇ ਤੜਕੇ ਸੰਸਕਾਰ ਕਰ ਪਿੰਡ ਦੇਣਾ। ਵਾਲਿਆਂ ਨੂੰ ਸਰ ਜੀ ਇੱਥੇ ਕੋਈ ਪਤਾ ਨਹੀਂ ਰੋਕਿਆ, ਮੈਂ ਹੀ ਆ ਕੇ। ਅੱਛਾ, ਤੁਸੀਂ ਰੋਕਿਆ? ਹਾਂਜੀ, ਪਿੰਡ ਵਾਲਾ ਇੱਥੇ ਕੋਈ ਐਂਟਰੀ ਨਹੀਂ ਸੀ ਹੋ ਰਿਹਾ ਅੰਦਰ, ਕੋਈ ਨਹੀਂ ਸੀ ਆ ਰਿਹਾ ਅੰਦਰ। ਤੇ ਫਿਰ ਮੈਂ ਆ ਕੇ ਰੌਲੀ ਪਾਈ, ਮੈਂ ਹਾਲ ਦੁਹਾਈ ਪਾਈ ਪੁਲਿਸ ਨਾਲ ਲੈ ਕੇ, ਤੇ ਫਿਰ ਜਿਹੜਾ ਅਸੀਂ ਕਿਹਾ ਸੀ ਪੋਸਟਮਾਰਟਮ ਕਰਵਾਉਣਾ ਆ, ਫਿਰ ਅਸੀਂ ਗੱਡੀ 'ਚ ਪਾ ਕੇ ਕੁੜੀ ਨੂੰ ਪੋਸਟਮਾਰਟਮ ਲਈ ਲੈ ਕੇ ਗਏ ਆ। ਤੇ ਉੱਥੇ ਵੀ ਮੇਰੇ ਜਿਹੜੀ ਮੇਰੀ ਭਰਜਾਈ ਸੀ, ਬੱਚਿਆਂ ਦੀ ਮਤੇਰਮਾ, ਇਹਦੇ ਪੇਕੇ ਮੇਰੇ ਗਲ ਪਏ 2-3 ਵਾਰੀ ਬਹੁਤ ਜ਼ਿਆਦੇ। ਤੇ ਹੁਣ ਇਹਦੇ ਵਿੱਚ ਇਦਾਂ ਕਿ ਘਰ ਤਾਂ ਇਹ ਤਬਾਹ ਹੋ ਗਿਆ। ਆਪਣੇ ਆਉਣ ਤੋਂ ਪਹਿਲਾਂ ਵੀ ਇੱਥੇ ਜਿੰਦਰਾ ਸੀ, ਤੁਸੀਂ ਆਪਣੇ ਘਰ ਸੀਗੇ, ਗੁੜੀਆ ਇਹ ਵੀ ਆਪਣੇ ਘਰ ਸੀਗੀ, ਤਾਂ ਹੁਣ ਕੇਸ ਵੀ ਲੜਨਾ ਆ ਤੁਸੀਂ, ਤੇ ਤੁਸੀਂ ਕਹਿ ਰਹੇ ਹੋ ਕਿ ਹੁਣ ਸਜ਼ਾ ਜਿਹੜੀ ਹੈ ਵੱਧ ਤੋਂ ਵੱਧ ਦਿੱਤੀ ਹੈ। ਕਾਨੂੰਨੀ ਪ੍ਰਕਿਰਿਆ ਵੀ ਬੜੀ ਹੁੰਦੀ ਹੈ, ਤਾਂ ਫਿਰ ਦੇਖ ਰੇਖ ਕੌਣ ਕਰੂਗਾ ਤੇ ਕਿਵੇਂ ਕਰੋਗੇ, ਕਿਉਂਕਿ ਪੈਸਾ ਤੇ ਲਾਈ ਬਹੁਤ ਲੱਗਣਾ। ਹਾਂਜੀ ਸਰ ਜੀ, ਅਸੀਂ ਕਰਾਂਗੇ ਕੋਈ ਨਾ ਕੋਈ ਉਪਰਾਲਾ ਕਰਾਂਗੇ। ਕੋਈ ਜਿੱਦਾਂ ਇੱਦਾਂ ਕਈ ਸੰਸਥਾਵਾਂ ਹੁੰਦੀਆਂ, ਉਹਨਾਂ ਕੋ ਕਿਸੇ ਕੋਲ ਅਸੀਂ ਅਪੀਲ ਵੀ ਕਰਾਂਗੇ। ਅਸੀਂ ਕੋਈ ਇੰਨੇ ਅਮੀਰ ਤਾਂ ਹੈ ਨਹੀਂਗੇ, ਅਸੀਂ ਦਿਹਾੜੀਦਾਰੀ ਬੰਦੇ ਆ, ਕੋਈ ਪ੍ਰੋਪਰਟੀ ਵੀ ਹੈ ਨਹੀਂਗੀ ਸਾਡੀ, ਮੇਰਾ ਤਾਂ ਘਰ ਵੀ ਕੱਚਾ ਹੀ ਆ। ਤੇ ਅਸੀਂ ਮਤਲਬ ਠੀਕ ਆ ਉਹ ਗੱਲ ਤੁਹਾਡੀ, ਨਹੀਂ ਅਸੀਂ ਇੰਨਾ ਲਾ ਸਕਦੇ, ਪਰ ਕੋਈ ਗੱਲ ਨਹੀਂ, ਕੋਈ ਤਰਸ ਦੇ ਆਧਾਰ ਤੇ ਸਾਡੀ ਹੈਲਪ ਕਰਨ ਨੂੰ ਖੜੇ ਹੋ ਜਾਂਦੇ, ਕਈ ਜਥੇਬੰਦੀਆਂ ਖੜੇ ਹੋ ਜਾਂਦੀਆਂ। ਬਿਲਕੁਲ ਨਾਲ ਪਿੰਡ ਦੇ ਮੋਹਤਵਾਰ ਵੀ ਨਾਲ ਹੈਗੇ। ਥੋੜਾ ਜਿਹਾ ਅੱਗੇ ਆ ਜਾਓ ਜੀ। ਕਿ ਜਦੋਂ ਤੁਹਾਨੂੰ ਪਤਾ ਲੱਗਾ ਪਿੰਡ ਦੇ ਵਿੱਚ ਇਹ ਕਾਂਡ ਹੋ ਗਿਆ, ਤਾਂ ਤੁਸੀਂ ਉਦੋਂ ਸਾਡੀ ਜਿਸ ਦਿਨ ਇਹ ਘਟਨਾ ਵਾਪਰੀ ਆ, ਇਹ ਸਾਡਾ ਜਿਹੜਾ ਪਿੰਡ ਆ ਨਾ, ਇਤਿਹਾਸਕ ਪਿੰਡ ਆ, ਇੱਥੇ 8 ਗੁਰੂ ਮਹਾਰਾਜ ਨੇ ਚਰਨ ਪਾਏ ਆ, 72 ਗੁਰੂ ਘਰ ਦੇ ਭਗਤ ਇੱਥੇ ਹੋਏ ਆ, ਜਿਨ੍ਹਾਂ ਦਾ ਨਾਮ ਮਹਾਰਾਜ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। 4 ਗੁਰੂ ਘਰ ਦੀਆਂ ਮੰਜੀਆਂ ਇੱਥੇ ਮਿਲੀਆਂ ਹੋਈਆਂ। ਮੰਜੀਆਂ ਉਹਨਾਂ ਨੂੰ ਮਿਲ ਜਿਹੜੇ ਪ੍ਰਚਾਰਕ ਸੀ, ਜਿਹੜੇ ਭਾਈ ਲਾਲੋ ਜੀ, ਸ਼ਾਹ ਅਲਾਜਾਰ ਜੀ, ਬਾਬਾ ਸਲਾਮਤ ਰਾਏ ਜੀ, ਇਹ 4 ਮੰਜੀਆਂ ਸੀਗੀਆਂ। ਸਰੂਪ ਸਿੰਘ ਸਾਡੇ ਪਿੰਡ ਜਦੋਂ ਆਇਆ ਵਾ, ਇਹ ਮੂਠਾਲ ਤੋਂ ਉੱਠ ਕੇ ਆਇਆ ਜੀ। ਉਸ ਤੋਂ ਬਾਅਦ ਜਦੋਂ ਆਇਆ ਤੇ ਮਿਹਨਤੀ ਸੀ ਪੂਰਾ। ਇਹ ਬੰਦੇ ਦਾ ਸਾਡੇ ਨਾਲ ਸਿਰਫ ਇੰਨਾ ਵਾਹ ਸੀਗਾ ਵੀ ਜਦੋਂ ਕੋਈ ਧਾਰਮਿਕ ਫੰਕਸ਼ਨ ਹੋ ਉਦੋਂ ਮਿਲਣਾ, ਜਾ ਕੇ ਤੇ ਅਖੰਡ ਪਾਠ ਦਾ ਭੋਗ ਉਦੋਂ ਮਿਲਣਾ, ਬੋਲ ਬਾਣੀ। ਪਿੰਡ ਦੇ ਵਿੱਚ ਵਿਹਾਰ ਠੀਕ ਸੀ ਪਹਿਲਾਂ? ਪਿੰਡ ਮੈਂ ਉਹੀ ਬੇਨਤੀ ਕਰ ਰਿਹਾ ਨਾ, ਪਿੰਡ ਦੇ ਵਿੱਚ ਇਹਦਾ ਵਰਤਾਓ ਬਹੁਤ ਵਧੀਆ ਸੀਗਾ, ਮਿੱਠੀ ਬੋਲੀ ਸੀਗੀ, ਹਰ ਪੱਖੋਂ ਠੀਕ ਸੀਗਾ। ਤੇ ਜਦੋਂ ਬੁਲਾਉਣਾ ਬੜੇ ਵਧੀਆ ਮਿਲਣਾ। ਸਾਡੇ ਇਸ ਪਿੰਡ 'ਚ 5 ਢਾਡੀ ਹੋਰ ਵੀ ਆ, ਢਾਡੀ ਜਥੇ, ਜੇਕਰ ਸਾਰੇ 골ਡ ਮੈਡਲਿਸਟ ਆ, ਜਿਨ੍ਹਾਂ 'ਚ ਸਫਰੀ ਸਾਹਿਬ, ਆਪਣਾ ਫੌਜਾ ਸਿੰਘ ਸਾਗਰ, ਮਨਦੀਪ ਸਿੰਘ, ਇੱਕ ਮੁੰਡਾ ਹੁਣ ਇਸ ਵੇਲੇ ਗਿਆ ਹੈ ਕੈਨੇਡਾ, ਉਹ ਇਹ ਮੇਰਾ ਕਹਿੰਦਾ 5 ਜਥੇ ਆ ਸਾਡੇ ਢਾਡੀ, ਸਾਰੇ ਹੀ ਵਧੀਆ ਵਾ। ਇਹ ਪਤਾ ਨਹੀਂ ਇਹਦਾ ਜਦੋਂ ਵਿਆਹ ਹੋਣ ਤੋਂ ਬਾਅਦ ਇਹਦੇ ਉੱਤੇ ਕਿੱਦਾਂ ਦਾ ਗਲਬਾ ਪੈ ਗਿਆ ਜੀ ਘਰ ਵਾਲੀ ਦਾ, ਉਸ ਤੋਂ ਬਾਅਦ ਇਹ ਵਰਤਾਓ ਇਹਦੇ ਵਿੱਚ ਫਰਕ ਪੈ ਗਿਆ। ਹਾਂਜੀ, ਬੱਚਿਆਂ ਨੂੰ ਇਹਦੇ ਤਾਂ ਸਾਰੇ ਇਹੀ ਗੱਲ ਕਰ ਰਹੇ ਕਿ ਪਹਿਲਾਂ ਬਿਲਕੁਲ ਠੀਕ ਸਨ, ਪਰ ਜਦੋਂ ਵਿਆਹ ਹੋਇਆ, ਦੂਸਰਾ ਮਤਰੇਈ ਮਾਂ ਆਈ, ਤਾਂ ਘਰ ਕਹਿ ਸਕਦੇ ਕਿ ਤਬਾਹ ਕਰ ਦਿੱਤਾ। ਸੋ ਅਖੀਰ ਦੇ ਵਿੱਚ ਬਸ ਇੱਕੋ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਤੁਸੀਂ ਥੋੜਾ ਜਿਹਾ ਹੌਸਲਾ ਰੱਖ ਕੇ ਦੱਸੋ ਕਿ ਜੇ ਪਿਤਾ ਅੱਜ ਤੁਹਾਡੇ ਸਾਹਮਣੇ ਬੈਠੇ ਹੋਣ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਅੱਛਾ, ਤੁਸੀਂ ਮਿਲਣ ਗਏ ਸੀ ਉਹਨਾਂ ਨੂੰ, ਕੀ ਕਹਿੰਦੇ ਫਿਰ? ਮੈਂ ਕਿਹਾ ਵੀ ਅੰਕਲ ਨੇ ਕਿਹਾ ਸੀ, ਕਹਿੰਦੇ ਤੁਸੀਂ ਮਿਲਣਾ ਚਾਹੁੰਦੇ ਆ ਆਪਣੀ ਧੀ ਨੂੰ, ਕਹਿੰਦੇ ਨਹੀਂ ਮੈਂ ਨਹੀਂ ਮਿਲਣਾ ਚਾਹੁੰਦਾ। ਉਹ ਘਰੇ ਆਏ ਸੀਗੇ ਇੱਥੇ ਕੱਪੜੇ ਲੈਣ ਵਾਸਤੇ, ਅਸੀਂ ਘਰ ਆਏ ਆ ਇੱਥੇ, ਤੇ ਕਹਿੰਦੇ ਜੇ ਕੋਈ ਸਮਾਨ ਇੱਧਰ ਉੱਧਰ ਹੁੰਦਾ ਇਹਦੀ ਜ਼ਿੰਮੇਵਾਰ ਇਹ ਹੋਗੀ। ਵੀ ਅਖੀਰ ਟਾਈਮ ਤੱਕ ਉਹਨਾਂ ਦੀ ਅੱਖਾਂ 'ਚ ਕੋਈ ਨਮੋਸ਼ੀ ਨਹੀਂ ਸੀ,
ਵੀ ਮੈਂ ਆਪਣੀ ਧੀ ਮਾਰ ਦਿੱਤੀ ਆ। ਮੈਂ ਸੋਚਦੀ ਸੀ ਇੱਕ ਵਾਰੀ ਮੈਨੂੰ ਕਹਿੰਦੇ ਤੇ ਸਹੀ ਵੀ ਮੈਨੂੰ ਬਚਾ ਲਾ, ਵੀ ਮੈਂ ਕੁਛ ਨਹੀਂ, ਕਿਉਂਕਿ ਮੈਨੂੰ ਇਹੀ ਅਖੀਰ ਟਾਈਮ ਤੱਕ ਲੱਗਦਾ ਹੈ ਵੀ ਮੇਰੇ ਬਾਪ ਨੇ ਨਹੀਂ ਕੁਛ ਵੀ ਕੀਤਾ ਜੋ ਕੁਛ ਕੀਤਾ, ਪਰ ਉਹਨੇ ਮੈਨੂੰ ਇੱਕ ਵਾਰੀ ਨਹੀਂ ਕਿਹਾ ਵੀ ਤੂੰ ਮੈਨੂੰ ਬਚਾ ਲਾ। ਉਹ ਸਿਰਫ ਅਖੀਰ ਟਾਈਮ ਤੱਕ ਇਹ ਹੀ ਵੀ ਮੇਰੀ ਜਾਇਦਾਦ ਸਾਂਭੀ ਰਵੇ, ਵੀ ਮੈਨੂੰ ਇਹ ਕਿਹਾ ਵੀ ਜੇ ਕੁਛ ਇੱਥੋਂ ਗਾਇਬ ਹੋ ਜਾਂਦਾ ਉਹਦੀ ਜ਼ਿੰਮੇਵਾਰ ਤੂੰ ਹੋਵੇਂਗੀ। ਅੱਛਾ, ਅਖੀਰ ਦੇ ਵਿੱਚ ਵੀ ਪਿਓ ਨੇ ਤੁਹਾਨੂੰ ਇਹ ਗੱਲ ਆਖੀ ਕਿ ਮੇਰਾ ਸਮਾਨ ਨਹੀਂ ਇੱਧਰ ਉੱਧਰ ਹੋਣਾ ਚਾਹੀਦਾ? ਨਹੀਂ ਹੋਣਾ ਚਾਹੀਦਾ, ਇਹ ਉਹਨਾਂ ਨੇ ਮੈਨੂੰ ਕਿਹਾ। ਮੈਂ ਬਸ ਇਹੀ ਰਿਕੁਐਸਟ ਕਰਦੀ ਵੀ ਹੋਰ ਵੀ ਮੇਰੀਆਂ ਜਿਹੜੀਆਂ ਭੈਣਾਂ ਵਾ ਨਾ, ਜੇ ਉਹਨਾਂ ਤੇ ਸਾਡੇ ਵਾਂਗੂ ਅਤਿਆਚਾਰ ਹੁੰਦਾ ਚੁੱਪ ਨਾ ਬੈਠਣ, ਕਿਉਂਕਿ ਮੈਂ ਆਪਦੀ ਇੱਕ ਅਮਨਜੋਤ ਗਵਾ ਲਈ, ਹੋਰ ਕੋਈ ਭੈਣ ਦੇ ਨਾਲ ਨਾ ਇਦਾਂ ਹੋਵੇ। ਸਰ ਉਹ ਇੰਨੀ ਇੰਟੈਲੀਜੈਂਟ ਸੀ ਨਾ, ਤੁਸੀਂ ਉਹਦੀ ਫੋਟੋ ਦੇਖੋਗੇ ਬੰਦੇ ਨੂੰ ਬਦੋ ਬਦੀ ਰੋਣ ਆਉਂਦਾ ਵੀ ਕੋਈ ਇਹਦੇ ਨਾਲ ਇਦਾਂ ਕਿੱਦਾਂ ਕਰ ਸਕਦਾ। ਸਾਡਾ ਤਾਂ ਕੁਝ ਵੀ ਨਹੀਂ ਰਹਿ ਗਿਆ, ਸਾਡੀ ਮਾਂ ਵੀ ਚਲ ਗਈ, ਉਹ ਵੀ ਨਹੀਂ, ਇਹਨਾਂ ਨੇ ਮਾਰ ਦਿੱਤੀ, ਕੁਦਰਤੀ ਹੋ ਗਿਆ, ਪਰ ਹੁਣ ਇਹਨਾਂ ਤੇ ਆਉਣਾ ਵੀ ਇਹਨਾਂ ਨੇ ਮਾਰਿਆ, ਕਿਉਂਕਿ ਜਦੋਂ ਸਾਡੀ ਮੰਮੀ ਦੀ ਡੈਥ ਹੋਈ ਆ, ਜਿਹੜੀ ਜਨਾਨੀ ਆ ਇਹ ਭੋਗ ਤੇ ਵੀ ਆਈ ਆ, ਤੇ ਜਦੋਂ ਸੰਸਕਾਰ ਹੋਇਆ ਸਾਡੀ ਮੰਮੀ ਦਾ ਉਦੋਂ ਵੀ ਆਈ ਆ, ਤੇ ਇਹਨੇ ਖੁਦ ਆਵਾਜ਼ ਮਾਰ ਕੇ ਕਿਹਾ ਵੀ ਮੈਨੂੰ ਤਿੰਨੇ ਬੱਚੇ ਵੀ ਦਿਖਾਓ। ਇਹਨੇ ਸਾਨੂੰ ਵੀ ਦੇਖਿਆ ਸਾਰਾ, ਇਹਨੇ ਘਰ ਵੀ ਦੇਖਿਆ, ਵੀ ਇਹ ਸਾਡੀ ਕੋਈ ਸਕੀ ਰਿਸ਼ਤੇਦਾਰ ਤੇ ਹੈ ਹੀ ਨਹੀਂ ਸੀ ਵੀ ਜਿਹੜਾ ਇਹਨੇ ਸਭ ਕੁਝ ਦੇਖਣ ਦਾ ਮਤਲਬ ਸੀਗਾ। ਸੋ ਇਹੀ ਗੱਲ ਆ ਕਿ ਪਲੈਨਿੰਗ ਕਾਫੀ ਚਿਰ ਤੋਂ ਇਹਨਾਂ ਗੱਲਾਂ ਤੋਂ ਲੱਗ ਰਹੀ ਹੈ, ਤੇ ਸਾਰਾ ਇਹ ਜੋ ਕਾਂਡ ਹੋਇਆ ਆ ਉਸ ਦੇ ਪਿੱਛੇ ਜਾਇਦਾਦ ਹੀ ਲੱਗਦੀ ਆ। ਪਰ ਇਹਨਾਂ ਚੀਜ਼ਾਂ ਸਾਰੀਆਂ ਫਿੱਕੀਆਂ ਪੈ ਜਾਂਦੀਆਂ ਨੇ ਜਦੋਂ ਪਿਆਰ ਜਾਂ ਜਦੋਂ ਧੀ ਤੇ ਪਿਓ ਦੀ ਗੱਲ ਆਉਂਦੀ ਆ, ਪਰ ਇੱਥੇ ਰਿਸ਼ਤੇ ਵੀ ਇਹ ਜਿਹੜੇ ਤਾਰ-ਤਾਰ ਹੁੰਦੇ ਨਜ਼ਰ ਆਏ ਆ। ਪਰ ਇਹੀ ਗੱਲ ਆ ਅਖੀਰ ਦੇ ਵਿੱਚ ਬੜਾ ਵਧੀਆ ਮੈਸੇਜ ਦਿੱਤਾ ਕਿ ਜਿਨ੍ਹਾਂ ਧੀਆਂ ਦੇ ਨਾਲ ਮਾੜਾ ਹੋ ਰਿਹਾ ਆ, ਆਪਣੇ ਘਰ ਦੇ ਵਿੱਚ ਹੀ ਹੋ ਰਿਹਾ, ਤਾਂ ਆਵਾਜ਼ ਜ਼ਰੂਰ ਉਠਾਓ, ਕਿਉਂਕਿ ਇੱਕ ਧੀ ਪੰਜਾਬ ਦੀ ਗਈ ਆ ਤੇ ਇਹ ਤੋਂ ਸਬਕ ਲੈਣਾ ਚਾਹੀਦਾ। ਜੇਕਰ ਕਿਸੇ ਨਾਲ ਮਾੜਾ ਹੋ ਰਿਹਾ ਤਾਂ ਉਸ ਦੀ ਆਵਾਜ਼ ਜ਼ਰੂਰ ਬਣੋ, ਉਸ ਦੀ ਆਵਾਜ਼ ਨੂੰ ਜ਼ਰੂਰ ਉਠਾਓ। ਸੋ